ਸਤਨਾਮ ਸ੍ਰੀ ਵਾਹਿਗੁਰੂ 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 ਜੀਓ। ਹਾਂ ਨਿਮਖ ਨ ਛੋਡਾ ਜੀ, ਹਰ ਪ੍ਰੀਤਮ ਪ੍ਰਾਣ ਆਧਾਰੋ। ਗੁਰ ਸਤਿਗੁਰ ਕਹਿਆ ਜੀ, ਸਾਚਾ ਅਗੰਮ ਵਿਚਾਰੋ। ਮਿਲ ਸਾਧੂ ਦੀਨਾ ਤਾ ਨਾਮ ਲੀਨਾ, ਜਨਮ ਮਰਨ ਦੁਖ ਨਾਠੇ। ਸਹਿਜ ਸੁਖ ਆਨੰਦ ਕਨੇਰੇ, ਹਉਮੈ ਬਿਨਤੀ ਗਾਥੇ। ਸਭ ਕੈ ਮਦ ਸਬੂ ਤੇ ਬਾਹਰ, ਰਾਗ ਦੋਖ ਤੇ ਨਿਆਰੋ। ਨਾਨਕ ਦਾਸ ਗੋਬਿੰਦ ਸਰਣਾਈ, ਹਰਿ ਪ੍ਰੀਤਮ ਮਨ ਸਧਾਰੋ। ਨਾਨਕ ਦਾਸ ਗੋਬਿੰਦ ਸਰਣਾਈ, ਹਰਿ ਪ੍ਰੀਤਮ ਮਨੋ ਹੈ ਸਧਾਰੋ। ਪਰਮ ਸਤਿਕਾਰਯੋਗ ਗੁਰੂ ਸਰੂਪ ਗੁਰੂ ਸਾਧ ਸੰਗਤ ਜੀਓ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਚੱਲ ਰਹੇ ਗੁਰਬਾਣੀ ਦੇ ਪ੍ਰਭਾਵ ਦੇ ਵਿੱਚ ਆਓ ਨਿਰੰਕਾਰ ਸੱਚੇ ਪਾਤਸ਼ਾਹ ਜੋ ਕਿਰਪਾ ਕਰਦੇ ਨੇ, ਧੰਨ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ, ਗੁਰੂ ਨਾਨਕ ਨਿਰੰਕਾਰ ਸੱਚੇ ਪਾਤਸ਼ਾਹ ਦੀ ਜੋਤ ਦੇ ਪੰਜਵੇਂ ਵਾਰਿਸ, ਜਿਨ੍ਹਾਂ ਦੀ ਬਾਣੀ ਸ੍ਰੀ ਰਾਗ ਦੇ ਵਿੱਚ ਇਸ ਸੰਸਾਰ ਨੂੰ ਉਪਦੇਸ਼ ਦੇ ਰਹੀ ਹੈ। ਆਓ ਨਿਰੰਕਾਰ ਕਿਰਪਾ ਕਰੇ, ਇਹ ਉਪਦੇਸ਼ ਸਾਡੇ ਹਿਰਦਿਆਂ ਦੇ ਵਿੱਚ ਬਹਿ ਜਾਵੇ, ਅਸੀਂ ਆਪਣਾ ਜੀਵਨ ਸਫਲ ਕਰ ਸਕੀਏ। ਇਹ ਸੰਸਾਰ ਤੇ ਜੋ ਅਮੋਲਕ ਹੈ, ਅਮੁੱਲ ਹੈ, ਜਿਸ ਦੀ ਕੀਮਤ ਕਦੀ ਪਾਈ ਨਹੀਂ ਜਾ ਸਕਦੀ, ਨਾ ਹੀ ਇਹ ਸਰੀਰ ਕਿਤੇ ਖਰੀਦਿਆ ਜਾ ਸਕਦਾ, ਨਾ ਹੀ ਇਸ ਸਰੀਰ ਦੀ ਕੋਈ ਅਸੀਂ ਬਹੁਤੀ ਵਡਿਆਈ ਕਰ ਸਕਦੇ ਹਾਂ, ਕਿਉਂਕਿ ਜੋ ਇਸ ਦੇ ਅੰਦਰ ਉਹ ਨਿਰੰਕਾਰ ਸੱਚੇ ਪਾਤਸ਼ਾਹ ਆਪ ਹੀ ਜਾਣਦੇ ਨੇ। ਸ੍ਰੀ ਰਾਗ ਮਹਲਾ ਪੰਜਵਾਂ। ਸੋਈ ਸਾਸਤ ਸੋਣ ਸੋਏ, ਜਿਤ ਜਪੀਐ ਹਰਿ ਨਾਉ। ਨਿਰੰਕਾਰ ਸੱਚੇ ਪਾਤਸ਼ਾਹ ਜੀ ਇਸ ਸੰਸਾਰ ਨੂੰ ਗਿਆਨ ਦਿੰਦੇ ਹੋਏ ਕਹਿੰਦੇ ਨੇ ਸੋਈ ਸਾਸਤ। ਸਾਸਤ ਕਹਿੰਦੇ ਨੇ ਸ਼ਾਸਤਰ, ਸ਼ਾਸਤਰ ਧਰਮ ਦਾ ਗ੍ਰੰਥ। ਕਹਿੰਦੇ ਉਹੀ ਧਰਮ ਦਾ ਗ੍ਰੰਥ ਚੰਗਾ ਹੈ। ਤੇ ਸੌਣ ਸੋਏ, ਸੌਣ ਕਹਿੰਦੇ ਨੂੰ ਸਗਨ ਨੂੰ। ਆਪਾਂ ਜਿਸ ਵੇਲੇ ਪਹਿਲਾਂ ਬੇਨਤੀ ਕੀਤੀ ਸੀ ਮਹੂਰਤ ਦੀ, ਜਦੋਂ ਮਹੂਰਤ ਕਢਾਉਂਦੇ ਹਾਂ ਉਹ ਸਮਾਂ ਜਿਹੜਾ ਹੁੰਦਾ ਉਹ ਸ਼ੁਭ ਘੜੀ ਹੁੰਦੀ ਹੈ। ਜਦੋਂ ਵੀ ਕੋਈ ਅਸੀਂ ਕਾਰਜ ਕਰਨਾ ਹੁੰਦਾ, ਕਿਸੇ ਤਰ੍ਹਾਂ ਦੇ ਵੀ ਕਰਨਾ ਹੋਵੇ, ਤਾਂ ਇਸ ਨੂੰ ਸ਼ੁਭ ਘੜੀ ਵੀ ਆਖਿਆ ਹੈ, ਜਦੋਂ ਕਿ ਅਸੀਂ ਇਹ ਸਗਨ ਚੰਗਾ ਸਗਨ ਹੋਵੇ, ਚੰਗਾ ਸਮਾਂ ਹੋਵੇ। ਤਾਂ ਫਿਰ ਕਹਿੰਦੇ ਮਹਾਰਾਜ ਹੁਣ ਇੱਥੇ ਘੜੀਆਂ ਮੌਤ ਦੀ ਗੱਲ ਨਹੀਂ ਕਰਦੇ। ਮਹਾਰਾਜ ਕਹਿੰਦੇ ਉਹੀ ਧਰਮ ਦਾ ਗ੍ਰੰਥ ਚੰਗਾ, ਉਹੀ ਸਗਨ ਚੰਗਾ ਹੈ, ਤੋਂ ਮਤਲਬ ਉਹੀ ਸਮਾਂ ਚੰਗਾ ਹੈ ਜਿਸ ਵੇਲੇ ਪ੍ਰੀਤਮ ਨਿਰੰਕਾਰ ਸੱਚੇ ਪਾਤਸ਼ਾਹ ਦੀ ਬੰਦਗੀ ਦੇ ਵਿੱਚ ਜੀਵ ਬੈਠ ਜਾਂਦਾ ਹੈ। ਚਰਨ ਕਮਲ ਗੁਰ ਤਨ ਦੀਆ, ਮਿਲਿਆ ਨਿਥਾਵੇਂ ਥਾਉ। ਨਿਰੰਕਾਰ ਸੱਚੇ ਪਾਤਸ਼ਾਹ ਜੀ ਉਹ ਜੀਵ ਜਿਹੜਾ ਉਹਦੀ ਬੰਦਗੀ ਦੇ ਵਿੱਚ ਬੈਠ ਗਿਆ, ਸਤਿਗੁਰ ਸੱਚੇ ਪਾਤਸ਼ਾਹ ਨੂੰ ਮਿਲਣ ਦਾ ਅੰਦਰ ਚਾਹ ਪ੍ਰਗਟ ਹੋ ਗਿਆ। ਸਤਿਗੁਰੂ ਕਹਿੰਦੇ ਨੇ ਚਰਨ ਕਮਲ ਗੁਰ ਧਨ ਦੀਆ। ਨਿਰੰਕਾਰ ਸੱਚੇ ਪਾਤਸ਼ਾਹ ਨੇ ਉਸ ਨੂੰ ਆਪਣੇ ਸ਼ਬਦ ਦੇ ਵਿੱਚ ਲੀਨ ਕਰ ਲਿਆ। ਤੇ ਇੱਥੇ ਤੱਕ ਮਹਾਰਾਜ ਸੱਚੇ ਪਾਤਸ਼ਾਹ ਨੇ ਕਿਰਪਾ ਕਰ ਦਿੱਤੀ, ਉਸ ਨਿਥਾਵੇ ਨੂੰ ਜਿਸ ਦਾ ਕੋਈ ਥਾਂ ਨਹੀਂ ਸੀ, ਉਸ ਨੂੰ ਥਾਂ ਦੇ ਦਿੱਤਾ। ਜਿੱਦਾਂ ਆਪਾਂ ਰੋਜ਼ ਗੱਲ ਬਚਨ ਕਰਦੇ ਆਉਂਦੇ ਹਾਂ ਕਿ ਜੋ ਸਤਿਗੁਰਾਂ ਨੇ ਪੰਜ ਦਾਤਾਂ ਦਿੱਤੀਆਂ, ਪੰਜ ਪਦਾਰਥ ਦਿੱਤੇ ਆਪਾਂ ਨੂੰ, ਜਿੱਥੇ ਕਿ ਪੰਜ ਪਿਆਲਿਆਂ ਦੀ ਗੱਲ ਕਰਦੇ ਹਾਂ। ਅੱਜ ਤੀਸਰੇ ਪਾਤਸ਼ਾਹ ਸੱਚੇ ਪਾਤਸ਼ਾਹ ਨੇ ਜਿਨ੍ਹਾਂ ਨੂੰ ਇਹ 12 ਦਾਤਾਂ ਪ੍ਰਾਪਤ ਹੋਈਆਂ ਗੁਰੂ ਅੰਗਦ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੇ ਕੋਲੋਂ, ਜਿਨ੍ਹਾਂ ਦੇ ਵਿੱਚ ਇੱਕ ਨਿਥਾਵਿਆਂ ਦਾ ਥਾਮ ਵੀ ਸੀ। ਅਸੀਂ ਕਹਿੰਦੇ ਹਾਂ
ਜਦੋਂ ਕਹਿੰਦੇ ਆਪਾਂ ਨਾ ਨਗਤਿਆਂ ਦੀ ਗੱਤ, ਨਪੱਤਿਆਂ ਦੀ ਪੱਤ, ਨਿਆਸਰਿਆਂ ਦੇ ਆਸਰੇ, ਨਿਤਾਵਾਂ ਦੇ ਤਾਵ, ਉਹ ਨਿਰੰਕਾਰ ਸੱਚੇ ਪਾਤਸ਼ਾਹ ਨੂੰ ਇਹ ਸਾਰੇ ਗੁਣ ਮਾਲਕ ਨੇ ਬਖਸ਼ਿਸ਼ ਕੀਤੇ। ਇੱਥੇ ਵੀ ਨਿਤਾਵਾਂ ਦੇ ਤਾਮ ਕੀਤੇ, ਪਰ ਮਿਲੇ ਪ੍ਰਾਪਤ ਕਿਸ ਤਰ੍ਹਾਂ ਹੋਏ? ਜਦੋਂ ਸਤਿਗੁਰ ਸੱਚੇ ਪਾਤਸ਼ਾਹ ਜੀ, ਧੰਨ ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਅੰਗਦ ਦੇਵ ਜੀ ਦੇ ਚਰਨਾਂ ਦੇ ਉੱਤੇ ਆਣ ਕੇ ਨਮਸਕਾਰ ਕੀਤਾ। ਸਤਿਗੁਰਾਂ ਨੇ ਸੱਚੇ ਪਾਤਸ਼ਾਹ ਨੇ ਜਦੋਂ ਗੁਰੂ ਅੰਗਦ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੇ ਉੱਤੇ ਪੂਰਨ ਭਰੋਸਾ ਕਰਕੇ ਉਹਨਾਂ ਦੇ ਸਿੱਖ ਬਣੇ, ਤਾਂ ਗੁਰੂ ਅੰਗਦ ਦੇਵ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਨੂੰ, ਭਾਵੇਂ ਉਸ ਵੇਲੇ ਗੁਰਤਾ ਗੱਦੀ ਦੇ ਉੱਤੇ ਨਹੀਂ ਸਨ, ਪਰ ਆਪਣਾ ਫਰਜ਼ ਬਣਦਾ ਕਿ ਆਪਾਂ ਵੱਧ ਤੋਂ ਵੱਧ ਸਤਿਕਾਰ ਆਪਣੀ ਜਿੰਦ ਤੋਂ ਰੋਮ ਰੋਮ ਦੇ ਨਾਲ ਨਮਸਕਾਰ ਕਰੀਏ। ਸਾਡੇ ਵਾਸਤੇ ਸਾਰੇ ਗੁਰੂ ਸਾਹਿਬਾਨ ਜਿਹੜੇ ਨੇ, ਜਿਨ੍ਹਾਂ ਨੇ ਸਾਨੂੰ ਗਿਆਨ ਦਿੱਤਾ, ਸਾਡੀ ਨਮਸਕਾਰ ਹੈ ਉਹਨਾਂ ਨੂੰ। ਇਸ ਕਰਕੇ ਅਸੀਂ ਭਾਵੇਂ ਇਹ ਨਾ ਸੋਚੋ ਵੀ ਅਸੀਂ ਭੁੱਲ ਕਰਦੇ ਹਾਂ, ਜਾਣ ਕੇ ਹੀ ਇਹ ਸੁਚੇਤ ਰਹਿ ਕੇ ਗੱਲ ਕਰ ਰਹੇ ਕਿ ਅਸੀਂ ਵੀ ਭਾਵੇਂ ਉਹ ਗੁਰਤਾ ਗੱਦੀ ਤੇ ਨਹੀਂ, ਪਰ ਫਿਰ ਵੀ ਅਸੀਂ ਉਹਨਾਂ ਨੂੰ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਦੇ ਸਰੂਪ ਦੇ ਵਿੱਚ ਹੀ ਕਹਾਂਗੇ। ਤੇ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜਿਸ ਵੇਲੇ ਚਰਨਾਂ ਦੇ ਵਿੱਚ ਆਣ ਕੇ ਡਿਗੇ, ਸਾਖੀਆਂ ਆਪ ਜੀ ਨੇ ਸਾਰੀਆਂ ਸੁਣੀਆਂ ਨੇ, ਤਾਂ ਗੁਰੂ ਅੰਗਦ ਦੇਵ ਮਹਾਰਾਜ ਆਖਣ ਲੱਗੇ, ਜੇ ਭਾਈ ਤੂੰ ਸਿੱਖ ਬਣਨਾ ਤਾਂ ਫਿਰ ਇੱਥੇ ਤਾਂ ਸੇਵਾ ਜਿਹੜੀ ਹੈ ਉਹ ਥਾਂ ਪੈਂਦੀ ਹੈ। ਤੇ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਹੱਥ ਜੋੜ ਕੇ ਆਖਣ ਲੱਗੇ, ਮਹਾਰਾਜ ਕਿਰਪਾ ਕਰੋ, ਬਖਸ਼ਿਸ਼ ਕਰੋ, ਸੇਵਾ ਦੱਸੋ। ਸਤਿਗੁਰ ਆਖਣ ਲੱਗੇ ਵੀ ਉਹ ਭਾਈ ਗਾਗਰ ਪਈ ਆ, ਰੋਜ਼ਾਨਾ ਤੁਸੀਂ ਸਵਾ ਪਾਰ ਰਹਿੰਦੇ ਤੋਂ ਇੱਥੋਂ ਜਾਣਾ, ਤੁਸੀਂ ਇਹ ਬਿਆਸ ਦੇ ਵਿੱਚੋਂ ਗਾਗਰ ਨੂੰ ਭਰ ਕੇ ਲੈ ਕੇ ਆਉਣਾ, ਸਮੇਂ ਸਿਰ ਪਹੁੰਚਣਾ ਵਾਪਸ। ਅਸੀਂ ਇਦੂ ਗਾਗਰ ਦੇ ਨਾਲ ਰੋਜ਼ ਇਸ਼ਨਾਨ ਕਰਨਾ ਹੈ, ਇਸ ਜਲ ਦੇ ਨਾਲ ਅਸੀਂ ਇਸ਼ਨਾਨ ਕਰਾਂਗੇ। 12 ਸਾਲ ਗੁਰਮੁਖ ਪਿਆਰਿਓ ਪਿਛਲੇ ਪੈਰੀ ਜਾਣਾ, ਗਾਗਰ ਭਰਨੀ। 62 ਸਾਲ ਦੀ ਆਰਜਾ ਤਕਰੀਬਨ ਹੈ। ਵੱਡੇਪੇ ਵਾਲਾ ਰੂਪ ਹੈ, ਪਰ ਉਹ ਨਿਰੰਕਾਰ ਮਿਹਰਬਾਨ ਦੀ ਸੇਵਾ ਦੇ ਵਿੱਚ ਨਿਰਸ਼ੰਕਾ ਲੱਗੇ ਰਹੇ। ਜਦੋਂ ਸੇਵਾ ਕਰਦੇ ਕਰਦੇ ਇੱਕ ਦਿਨ ਜਲਾਹੇ ਦੀ ਖੱਡੀ ਦੇ ਵਿੱਚ ਪੈਰ ਅੜਿਆ ਤੇ ਡਿੱਗ ਪਏ, ਪਰ ਗਾਗਰ ਨਹੀਂ ਡਿੱਗਣ ਦਿੱਤੀ। ਤਾਂ ਅੰਦਰੋਂ ਜਲਾਹੀ ਨੇ ਉਹਨਾਂ ਨੂੰ ਇਹ ਬਚਨ ਆ ਗਿਆ ਕਿ ਨਥਾਵਾ ਇਹ ਅਮਰੂ ਹੀ ਹੋਣਾ ਹੈ। ਤੇ ਆਵਾਜ਼ ਦਿੱਤੀ, ਮੈਂ ਨਥਾਵਾ ਨਹੀਂ, ਮੈਨੂੰ ਤਾਂ ਨਿਰੰਕਾਰ ਦੇ ਚਰਨਾਂ ਦੇ ਵਿੱਚ ਥਾਂ ਪ੍ਰਾਪਤ ਹੋ ਗਈ ਹੈ। ਸਾਰੀ ਵਾਰਦਾਤ ਆਣ ਕੇ ਨਿਰੰਕਾਰ ਨੂੰ ਦੱਸੀ। ਧੰਨ ਧੰਨ ਗੁਰੂ ਅੰਗਦ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੂੰ ਇੱਥੇ ਉਹਨਾਂ ਨੇ ਵਰ ਅੰਮ੍ਰਿਤ ਦਿੱਤੇ। ਉਹ ਵਰਾਂ ਜਿਹੜੇ ਵਰ ਨੇ ਉਹਨਾਂ ਦੇ ਨਾਲ ਆਪਾਂ ਵੀ ਅਰਦਾਸ ਕਰਦੇ ਹਾਂ ਕਿ ਨਿਰੰਕਾਰ ਤੁਸੀਂ ਨਿਤਾਵਿਆਂ ਦੇ ਤਾਬ ਹੋ, ਨਿਆਸਰਿਆਂ ਦੇ ਆਸਰੇ ਹੋ, ਨਗਤਿਆਂ ਦੀ ਗੱਤ ਹੋ, ਨਪੱਤਿਆਂ ਦੀ ਪੱਤ ਹੋ। ਸਤਿਗੁਰ ਸੱਚੇ ਪਾਤਸ਼ਾਹ ਜੀ ਸਮਾਂ ਮਿਲਣ ਦੇ ਉੱਤੇ ਇਹ 12 ਦੇ 12 ਵੀ ਆਪ ਜੀ ਦੇ ਨਾਲ ਸਾਂਝੇ ਕਰਾਂਗੇ। ਸੋ ਨਿਰੰਕਾਰ ਸੱਚੇ ਪਾਤਸ਼ਾਹ ਨੇ ਮਨ ਤਨ ਨੂੰ ਇਕਾਗਰ ਕਰਕੇ ਜਿੱਥੇ ਸ਼ਬਦ ਦੇ ਨਾਲ ਜੁੜੇ ਹੋਏ ਨੇ, ਉੱਥੇ ਸਾਨੂੰ ਇਸ ਸੰਸਾਰ ਦੇ ਉੱਤੇ ਸੇਵਾ ਕਰਨ ਦੀ ਜਾਚ ਸਿਖਾਈ। ਔਰ ਸੇਵਾ ਕਰਨ ਦੇ ਨਾਲ ਹੀ ਨਿਰੰਕਾਰ ਦੇ ਚਰਨਾਂ ਦੇ ਵਿੱਚ ਜੀਵ ਨੂੰ ਤਾਂ ਨਸੀਬ ਹੋ ਜਾਂਦੀ ਹੈ। ਸਾਚੀ ਪੂੰਜੀ ਸਚ ਸੰਜਮੋ, 8 ਪਹਿਰ ਗੁਣ ਗਾਓ। ਪੂੰਜੀ ਕਹਿੰਦੇ ਨੇ ਸਤਿਗੁਰ ਸੱਚੇ ਪਾਤਸ਼ਾਹ ਜੀ ਵੀ ਜਿਹੜੀ ਸੱਚੀ ਪੂੰਜੀ ਹੈ ਰਾਸ, ਜਿਹੜਾ ਅਸੀਂ ਧਨ ਦੌਲਤ ਇਕੱਠੀ ਕਰਦੇ ਹਾਂ, ਕਮਾਈ ਕਰਦੇ ਹਾਂ, ਉਹ ਤੋਂ ਬਾਅਦ ਜੋ ਸਾਨੂੰ ਮਿਲਦਾ ਉਹ ਰਾਸ ਹੁੰਦਾ ਤੇ ਪੂੰਜੀ ਹੁੰਦੀ ਹੈ। ਸੋ ਇੱਥੇ ਸਤਿਗੁਰ ਸੱਚੇ ਪਾਤਸ਼ਾਹ ਕਹਿੰਦੇ ਨੇ ਤੇਰੀ ਸੱਚੀ ਪੂੰਜੀ, ਤੇਰੀ ਕਮਾਈ ਸੱਚੀ, ਤੇ ਉਹਦੇ ਵਿੱਚ ਜਿਹੜੇ ਜਾਣ ਕੇ ਜੋ ਆਪ ਜੀ ਨੂੰ ਪ੍ਰਾਪਤ ਹੋਏਗਾ ਉਹ ਨਾਮ ਦਾ ਧਨ। ਤੇਰੀ ਸੱਚੀ ਪੂੰਜੀ ਇੱਥੇ ਸੱਚ ਦੇ ਨਾਲ ਜੁੜਨਾ, ਸੰਜਮ ਦੇ ਵਿੱਚ। ਇਹ ਜਿਹੜੀਆਂ ਸਾਡੀਆਂ ਇੰਦਰੀਆਂ ਨੇ, ਭਾਵੇਂ ਉਹ ਕਾਮ ਵਾਸ਼ਨਾ ਵਾਲੀਆਂ ਨੇ ਜਾਂ ਜਿਹੜੇ 5 ਗਿਆਨ ਦੇ ਵੀ ਇੰਦਰੇ ਨੇ, ਇਹ ਕਿਤੇ ਗਲਤ ਪਾਸੇ ਨੂੰ ਨਾ ਤੁਰ ਪੈਣ। ਇਹਨਾਂ ਨੂੰ ਇੱਕ ਐਨ ਸੁਚੇਤ ਕਰਕੇ ਇਹਨਾਂ ਨੂੰ ਬਹੁਤ ਸਾਂਭ ਕੇ ਰੱਖਣਾ, ਸਹੀ ਇਸਤੇਮਾਲ ਇਹਨਾਂ ਦਾ ਕਰਨਾ। ਤਾਂ ਕਹਿੰਦੇ ਇਸ ਤਰ੍ਹਾਂ ਕਰਦੇ ਕਰਦੇ 8 ਪੈਰ ਉਹ ਨਿਰੰਕਾਰ ਸੱਚੇ ਪਾਤਸ਼ਾਹ ਦੀ ਸਿਫਤ ਦੇ ਵਿੱਚ ਤੇ ਗੁਣ ਗਾਉਣ ਦੇ ਵਿੱਚ ਲਾਉਣੇ। ਕਰ ਕਿਰਪਾ ਪ੍ਰਭ ਭੇਟਿਆ, ਮਰਨ ਨ ਆਵਣ ਜਾਓ। ਜਿਹੜੇ ਜੀਵਾਂ ਨੇ ਉਹ ਨਿਰੰਕਾਰ ਸੱਚੇ ਪਾਤਸ਼ਾਹ ਦੀ ਇਹ ਸੰਜਮ ਵਾਲੀ ਔਰ ਸੱਚੀ ਸ਼ਰਧਾ ਲਾ ਲਈ, ਤਾਂ ਗੁਰੂ ਨਾਨਕ ਨਿਰੰਕਾਰ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ, ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੇ ਸਰੂਪ ਦੇ ਵਿੱਚ ਕਰ ਕਿਰਪਾ, ਗੁਰੂ ਦੀ ਕਿਰਪਾ ਹੋਈ ਪੂਰੇ ਪ੍ਰਭੂ ਦੀ,
ਬੰਦਗੀ ਕਰਨੀ ਸ਼ੁਰੂ ਕਰ ਦਿੱਤੀ ਉਸ ਜੀਵ ਨੇ, ਫਿਰ ਉਹ ਜਿਹੜੇ ਸੰਸਾਰੀ ਜੀਵ ਨੇ ਇਹ ਨਿਰੰਕਾਰ ਸੱਚੇ ਪਾਤਸ਼ਾਹ ਦੀ ਕਿਰਪਾ ਦੇ ਨਾਲ ਜਨਮ ਤੇ ਮਰਨ ਦੇ ਵਿੱਚ ਨਹੀਂ ਆਉਂਦੇ। ਮੇਰੇ ਮਨ ਹਰ ਭਜ ਸਦਾ ਇੱਕ ਰੰਗ। ਇਹ ਮੇਰੇ ਮਨਾ ਉਹ ਨਿਰੰਕਾਰ ਸੱਚੇ ਪਾਤਸ਼ਾਹ ਨੂੰ ਇੱਕ ਰੰਗ ਦਾ ਮਤਲਬ ਹੈ ਇੱਕ ਟਿਕਾ ਦੇ ਵਿੱਚ, ਇੱਕ ਟਿਕਾ ਦੇ ਵਿੱਚ ਜਿਸ ਵੇਲੇ ਸੁਰਤੀ ਨੂੰ ਨਿਰੰਕਾਰ ਦੇ ਚਰਨਾਂ ਦੇ ਵਿੱਚ ਸ਼ਬਦ ਦੇ ਵਿੱਚ ਜੋੜ ਲੈਣਾ, ਇਹਨੂੰ ਕਹਿੰਦੇ ਨੇ ਇੱਕ ਟਿਕਾ। ਔਰ ਕਈਆਂ ਨੇ ਇਸ ਨੇ ਸੁਨ ਸਮਝ ਵੀ ਆਖਿਆ ਹੈ, ਬਿਸਮਾਦ ਰੂਪ ਵੀ ਆਖਿਆ। ਜਿੱਦਾਂ ਜਿੱਦਾਂ ਬੰਦਗੀ ਕਰਦੇ ਜਾਓਗੇ ਉਸੇ ਤਰ੍ਹਾਂ ਤੁਹਾਨੂੰ ਇਸ ਚੀਜ਼ ਦਾ ਗਿਆਨ ਹੋਣਾ ਸ਼ੁਰੂ ਹੋ ਜਾਏਗਾ। ਜਦੋਂ ਇੱਕ ਟਿਕਾ ਦੇ ਵਿੱਚ ਇੱਕ ਸੁਰਤ ਦੇ ਵਿੱਚ ਬੰਦਗੀ ਸ਼ੁਰੂ ਹੋ ਗਈ ਤਾਂ ਨਿਰੰਕਾਰ ਕਹਿੰਦੇ ਨੇ ਵੀ ਇਹ ਆਪਣੇ ਮਨ ਨੂੰ ਇੱਕ ਟਿਕਾ ਦੇ ਵਿੱਚ ਰੱਖ ਕੇ ਉਹ ਅਕਾਲ ਪੁਰਖ ਸੱਚੇ ਪਾਤਸ਼ਾਹ ਦੀ ਬੰਦਗੀ ਕਰ। ਕਟ ਕਟ ਅੰਤਰ ਰਵ ਰਹਿਆ ਸਦਾ ਸਹਾਈ ਸੰਗ। ਉਹ ਪ੍ਰੀਤਮ ਦੀ ਬੰਦਗੀ ਕਰ ਜਿਹੜਾ ਘਟ ਘਟ ਹਰ ਵਸਤੂ ਦੇ ਵਿੱਚ, ਜਿਹੜੀ ਮੈਂ ਪਿਛਲੇ ਅਧਿਆਇ ਚ ਵਿੱਚ ਵੀ ਬੇਨਤੀ ਕੀਤੀ ਸੀ, ਇਹ ਜਿਹੜੀ ਕੁਦਰਤ ਹੈ ਕਾਦਰ ਨੇ ਬਣਾਈ, ਇਹ ਉਹਦੀਆਂ ਸਾਰੀਆਂ ਸ਼ਕਤੀਆਂ ਨੇ, ਉਹਨਾਂ ਦੇ ਵਿੱਚ ਉਹ ਆਪ ਹੀ ਵਸਿਆ ਹੋਇਆ ਹੈ। ਚਾਹੇ ਕੀੜੀ ਹੈ ਜਾਂ ਉਦੋਂ ਛੋਟੀ ਵੀ ਚੀਜ਼ ਜਿਹੜੀ ਅਸੀਂ ਦੇਖ ਨਹੀਂ ਸਕਦੇ, ਇਹ ਵੀ ਪਰਮਾਤਮਾ ਦਾ ਰੂਪ ਹੈ। ਹਾਥੀ ਹੈ, ਵੱਡੇ ਤੋਂ ਵੱਡਾ ਹੋਰ ਕੋਈ ਜਾਨਵਰ ਹੋਵੇ ਜਿਹੜਾ ਅਸੀਂ ਦੇਖ ਨਹੀਂ ਸਕਦੇ, ਜਿਹਦਾ ਪਹਿਚਾਣ ਨਹੀਂ, ਉਹਦੇ ਵਿੱਚ ਵੀ ਉਹ ਅਕਾਲ ਪੁਰਖ ਇੱਕ ਰੂਪ ਟਿਕਿਆ ਹੋਇਆ ਹੈ। ਤਾਂ ਮਹਾਰਾਜ ਸੱਚੇ ਪਾਤਸ਼ਾਹ ਨੇ ਇੱਥੇ ਤੱਕ ਕਹਿ ਦਿੱਤਾ ਕਿ ਜਿੱਧਰ ਵੀ ਤੇਰੀ ਨਿਗਾਹ ਜਾਵੇ ਉਧਰ ਤੂੰ ਮੇਰਾ ਹੀ ਰੂਪ ਦੇਖੀ। ਤਾਂ ਮਹਾਰਾਜ ਕਹਿੰਦੇ ਵੀ ਉਹ ਹਰ ਘਟਾਂ ਦੇ ਵਿੱਚ, ਹਰ ਵਸਤੂ ਦੇ ਵਿੱਚ ਰਵਿਆ ਹੋਇਆ ਹੈ, ਬੈਠਾ ਹੋਇਆ ਹੈ ਔਰ ਸਾਰਿਆਂ ਦੇ ਸਦਾ ਅੰਗ ਸੰਗ ਸਹਾਈ ਹੈ। ਰਹਾਓ ਸੁਖਾਂ ਕੀ ਮਿਤ ਕਿਆ ਗਣੀ ਜਾਂ ਸਿਮਰੀ ਗੋਵਿੰਦ। ਜਿਨ੍ਹਾਂ ਨੇ ਨਿਰੰਕਾਰ ਸੱਚੇ ਪਾਤਸ਼ਾਹ ਦੀ ਬੰਦਗੀ ਕਰ ਕਰਕੇ ਸੁਖ ਪ੍ਰਾਪਤ ਹੋਗਾ, ਕਹਿੰਦੇ ਉਹਨਾਂ ਸੁਖਾਂ ਦੀ ਗਿਣਤੀ ਮਿਣਤੀ ਨਹੀਂ ਕੀਤੀ ਜਾ ਸਕਦੀ। ਜਿਨ ਚਾਖਿਆ ਸੇ ਤ੍ਰਿਪਤਾਸਿਆ ਉਹ ਰਸ ਨ ਜਾਣੇ ਜਿੰਦ। ਜਿਨ੍ਹਾਂ ਨੇ ਨਾਮ ਦਾ ਸਵਾਦ ਲੈ ਲਿਆ, ਕਹਿੰਦੇ ਉਹ ਤ੍ਰਿਪਤ ਹੋ ਗਏ, ਰੱਜ ਗਏ, ਫਿਰ ਉਹੀ ਰਸ ਨੂੰ ਉਹੀ ਖੁਦ ਆਪ ਜਾਣਦੇ ਨੇ, ਹੋਰ ਕੋਈ ਨਹੀਂ ਜਾਣਦਾ। ਸੰਤਾਂ ਸੰਗਤ ਮਨ ਵਸੈ ਪ੍ਰਭ ਪ੍ਰੀਤਮ ਬਖਸ਼ਿੰਦ। ਨਿਰੰਕਾਰ ਬਖਸ਼ੰਦ ਅਕਾਲ ਪੁਰਖ ਨਿਰੰਕਾਰ ਸੱਚੇ ਪਾਤਸ਼ਾਹ ਜੀ ਆਪਣੇ ਪਿਆਰਿਆਂ ਦੇ ਅੰਗ ਸੰਗ ਸਦਾ ਵਸਦੇ ਹਨ। ਜਿਨ ਸੇਵਿਆ ਪ੍ਰਭ ਆਪਣਾ ਸੋਈ ਰਾਜ ਨਰਿੰਦ। ਜਿਨ੍ਹਾਂ ਨੇ ਉਹ ਅਕਾਲ ਪੁਰਖ ਸੱਚੇ ਪਾਤਸ਼ਾਹ ਦੀ ਬੰਦਗੀ ਕੀਤੀ ਉਹ ਸਾਰੇ ਰਾਜਿਆਂ ਦੇ ਵੀ ਰਾਜੇ ਹਨ। ਅਵਸਰ ਹਰ ਜਸ ਗੁਣ ਰਮਣ ਜਿਤ ਕੋਟ ਮਜਨ ਇਸਨਾਨ। ਅਵਸਰ ਕਹਿੰਦੇ ਨੇ ਸਮੇਂ ਨੂੰ, ਜਿਸ ਵੇਲੇ ਇਸ ਸਮੇਂ ਵਿੱਚ ਜਿਸ ਅੱਛੇ ਸ਼ੁਭ ਸਮੇਂ ਨੂੰ ਅਸੀਂ ਬਣਾਉਣਾ ਹੁੰਦਾ, ਉਹ ਆਪਣੇ ਆਪ ਨੂੰ ਇੱਕ ਟਿਕਾ ਦੇ ਵਿੱਚ ਲਿਆ ਕੇ ਚਰਨਾਂ ਦੇ ਨਾਲ ਉਸ ਸ਼ਬਦ ਦੇ ਵਿੱਚ ਜੁੜਨਾ। ਮਹਾਰਾਜ ਕਹਿੰਦੇ ਇਹ ਜਿਹੜਾ ਸਮਾਂ ਹੈ ਭਾਗਾਂ ਭਰਿਆ ਸਮਾਂ, ਜਿਸ ਵੇਲੇ ਪ੍ਰੀਤਮ ਦੀ ਬੰਦਗੀ ਹੋ ਰਹੀ ਹੁੰਦੀ ਹੈ, ਉਸ ਵੇਲੇ ਜੀਵ ਇਸ ਤਰ੍ਹਾਂ ਆਪਣੇ ਆਪ ਨੂੰ ਮਹਿਸੂਸ ਕਰਦਾ ਹੈ ਜਾਂ ਇਸ ਤਰ੍ਹਾਂ ਵੀ ਉਹਦੇ ਉੱਤੇ ਕਿਰਪਾ ਹੋ ਜਾਂਦੀ ਕਿ ਉਹ ਨਾਮ ਦੇ ਵਿੱਚ ਰਮਿਆ ਹੋਇਆ 68 ਤੀਰਥਾਂ ਦੇ ਇਸ਼ਨਾਨ ਉੱਥੇ ਬੈਠਾ ਹੀ ਕਰ ਲੈਂਦਾ ਹੈ। ਰਸਨਾ ਉਚਰੇ ਗੁਣਵਤੀ ਕੋਈ ਨ ਪੁੱਜੈ ਦਾਨ। ਜੋ ਗੁਣਾ ਵਾਲੀ ਰਸਨਾ ਕਹਿੰਦੇ ਨੇ ਜੀਵ ਨੂੰ, ਉਹ ਕਹਿੰਦੇ ਵੀ ਜੀਵ ਜਿਹੜੀ ਉਹ ਗੁਣਾਵਾਨ, ਗੁਣਾ ਦੇ ਨਾਲ ਭਰਪੂਰ ਹੋ ਜਾਂਦੀ ਹੈ ਔਰ ਉਸ ਜਿਹੜੀ ਭਰਪੂਰ ਹੁੰਦੀ, ਜਿਹੜੀ ਨਾਮ ਦੇ ਨਾਲ, ਨਾਮ ਦੇ ਵਿੱਚ ਜੁੜ ਜਾਂਦੀ ਹੈ, ਜਿਹੜੀ ਨਾਮ ਦੇ ਵਿੱਚ ਜੁੜੀ ਹੋਈ ਰਸਨਾ ਹੁੰਦੀ ਹੈ, ਉਸ ਦੇ ਗੁਣ ਵੀ ਕਥਨ ਕਰਨੇ ਨਾਮੁਮਕਿਨ ਹੋ ਜਾਂਦੇ ਨੇ। ਤੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦਾ ਕੋਈ ਨਾ ਪੂਜੇ ਦਾਨ, ਫਿਰ ਉਸ ਦੇ ਬਰੋਬਰ ਹੋਰ ਕੋਈ ਦਾਨ ਉਹਦੇ ਬਰੋਬਰ ਨਹੀਂ ਹੁੰਦਾ ਜਿਹੜੀ ਰਸਨਾ ਅੰਮ੍ਰਿਤ ਦੇ ਵਿੱਚ, ਨਾਮ ਦੇ ਵਿੱਚ ਭਿੱਜੀ ਹੁੰਦੀ ਹੈ। ਦ੍ਰਿਸ਼ਟ ਧਾਰ ਮਨ ਤਨ ਵਸੈ ਦਇਆਲ ਪੁਰਖ ਮਿਹਰਵਾਨ। ਦ੍ਰਿਸ਼ਟ ਧਾਰ ਉਹ ਅਕਾਲ ਪੁਰਖ ਨਿਰੰਕਾਰ ਫਿਰ ਆਪਣੀ ਮਿਹਰ ਦੀ ਨਜ਼ਰ ਉਹ ਜੀਵ ਦੇ ਉੱਤੇ ਕਰ ਦਿੰਦੇ ਨੇ ਤੇ ਉਹ ਜਿਹਦੇ ਉੱਤੇ ਉਹਨਾਂ ਦੀ ਦ੍ਰਿਸ਼ਟੀ ਪੈ ਜਾਂਦੀ ਹੈ, ਦ੍ਰਿਸ਼ਟੀ ਧਾਰਨ ਕਰ ਲੈਂਦੇ ਨਿਰੰਕਾਰ ਸੱਚੇ ਪਾਤਸ਼ਾਹ, ਉਸ ਜੀਵ ਦਾ ਤਨ ਤੇ ਮਨ ਉਹ ਸੁਖਾ ਭਰਿਆ ਹੋ ਜਾਂਦਾ ਹੈ ਤੇ ਉਹ ਮਿਹਰਵਾਨ ਦਿਆਲੂ ਕਿਰਪਾਲੂ ਉਸ ਦੇ ਅੰਦਰ ਆਣ ਕੇ ਹੀ ਪ੍ਰਗਟ ਹੋ ਜਾਂਦੇ ਹਨ। ਜਿਉ ਪਿੰਡ ਤਨ ਤਿਸ ਦਾ ਹਉ ਸਦਾ ਸਦਾ ਕੁਰਬਾਨ। ਜਿਸ ਜੀਵ ਨੂੰ ਇਹ ਗਿਆਨ ਹੋ ਗਿਆ ਉਹ ਨਿਰੰਕਾਰ ਸੱਚੇ ਪਾਤਸ਼ਾਹ ਦੇ ਬਾਰੇ ਵਿੱਚ ਦੂਸਰਿਆਂ ਕੋ ਬਿਆਨ ਕਰਦਾ।
ਕਹਿੰਦੇ ਇਹ ਜੀਓ ਪਿੰਡ, ਇਹ ਜਿਹੜਾ ਮੇਰਾ ਸਰੀਰ ਹੈ, ਪਿੰਡ ਹੈ, ਇਹਦੇ ਵਿੱਚ ਜਿੰਦ ਪਾਉਣ ਵਾਲਾ ਵੀ ਤੇ ਜਿਹੜਾ ਮੇਰੇ ਕੋਲ ਧਨ ਦੌਲਤ ਹੈ, ਨਾਮ ਦੀ ਹੈ ਜਾਂ ਹੋਰ ਹੈ, ਉਹਦੀ ਕਿਰਪਾ ਦੇ ਨਾਲ ਹੀ ਮੈਨੂੰ ਪ੍ਰਾਪਤ ਹੋਈ ਹੈ। ਇਸ ਕਰਕੇ ਮੈਂ ਸਦਾ ਸਦਾ ਉਸ ਦੇ ਉੱਤੋਂ ਕੁਰਬਾਨ, ਉਸ ਦੇ ਉੱਤੋਂ ਬਲਿਹਾਰੇ ਜਾਵਾਂ। ਮਿਲਿਆ ਕਦੇ ਨਾ ਵਿਛੜੈ, ਜੋ ਮਿਲਿਆ ਕਰਤਾਰ। ਮਿਲਿਆ ਕਦੇ ਨਾ ਵਿਛੜੇ। ਸਤਿਗੁਰ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਜਿਸ ਵੇਲੇ ਜੀਵ ਉਹ ਪ੍ਰਮਾਤਮਾ ਦੇ ਨਾਲ ਮਿਲ ਜਾਂਦਾ ਹੈ, ਕਦੋਂ ਮਿਲਦਾ? ਬੰਦਗੀ ਕਰ ਕਰਕੇ। ਜਿਹਨੂੰ ਅਕਾਲ ਪੁਰਖ ਨੇ ਕਿਰਪਾ ਕਰਕੇ ਉਸ ਨੂੰ ਇਹ ਮਾਰਗ ਦਿਖਾ ਦਿੱਤਾ, ਨਾਮ ਜਪ ਜਪ ਕੇ ਜਿਹੜਾ ਇੱਕ ਵਾਰ ਪ੍ਰਮਾਤਮਾ ਦੇ ਵਿੱਚ ਮਿਲ ਜਾਂਦਾ, ਫਿਰ ਉਹ ਕਦੀ ਉਹਦਾ ਪ੍ਰਮਾਤਮਾ ਦੇ ਨਾਲੋਂ ਕਿਸੇ ਵੀ ਰੂਪ ਦੇ ਵਿੱਚ ਵਿਛੋੜਾ ਨਹੀਂ ਹੁੰਦਾ। ਦਾਸਾਂ ਕੇ ਬੰਧਨ ਕਟਿਆ, ਸਾਚੈ ਸਿਰਜਣਹਾਰ। ਦਾਸ ਜਿਹੜੇ ਸਤਿਗੁਰ ਨਿਰੰਕਾਰ ਸੱਚੇ ਪਾਤਸ਼ਾਹ ਦੇ ਸੇਵਕ ਬਣ ਗਏ, ਉਹਨਾਂ ਦੇ ਸਾਰੇ ਬੰਧਨ ਕੱਟ ਦਿੰਦੇ ਨੇ। ਮਹਾਰਾਜ 84 ਦੇ ਬੰਧਨ ਕੱਟ ਦਿੰਦੇ ਨੇ। ਕੌਣ ਕੌਣ? ਉਹ ਸਿਰਜਣਹਾਰ ਅਕਾਲ ਪੁਰਖ ਨਿਰੰਕਾਰ ਪ੍ਰਭੂ ਧੰਨ ਧੰਨ ਵਾਹਿਗੁਰੂ ਗੁਰੂ ਨਾਨਕ ਮਹਾਰਾਜ ਸੱਚੇ ਪਾਤਸ਼ਾਹ ਜੀ। ਭੂਲਾ ਮਾਰਗ ਪਾਇਓਨ, ਗੁਣ ਅਵਗੁਣ ਨਾ ਵਿਚਾਰ। ਮੇਰਾ ਮਾਲਕ ਤਾਂ ਐਡਾ ਸਮਰੱਥ ਹੈ, ਕਹਿੰਦੇ ਵੀ ਜਿਹੜਾ ਕੋ ਭੁੱਲਿਆ ਹੋਇਆ, ਜਿਹੜਾ ਆ ਭੁੱਲਿਆ ਜੀ ਵੀ ਉਹਦੇ ਚਰਨਾਂ ਦੇ ਵਿੱਚ ਆਣ ਕੇ ਡਿੱਗ ਪੈਂਦਾ, ਉਹਨੂੰ ਵੀ ਉਹ ਸੱਚੇ ਮਾਰਗ ਦੇ ਉੱਤੇ ਤੋਰ ਲੈਂਦੇ ਨੇ। ਔਰ ਨਿਰੰਕਾਰ ਦੇ ਵਿੱਚ ਏਡੀ ਵਡਿਆਈ ਆ, ਉਹ ਨਾ ਗੁਣ ਵਿਚਾਰਦੇ ਨੇ ਤੇ ਨਾ ਔਗੁਣ ਵਿਚਾਰਦੇ ਨੇ। ਭਗਤੀ ਦੇ ਮਾਰਗ ਦੇ ਉੱਤੇ ਉਸ ਜੀਵ ਨੂੰ ਵੀ ਪਾ ਲੈਂਦੇ ਨੇ ਜਿਹੜਾ ਸਾਰੀ ਉਮਰ ਭਾਵੇਂ ਭੁੱਲ ਕੇ ਅੰਤ ਦੇ ਸਮੇਂ ਦੇ ਉੱਤੇ ਆਣ ਕੇ ਸਤਿਗੁਰ ਦੇ ਚਰਨਾਂ ਦੇ ਵਿੱਚ ਡਿੱਗ ਪੈਂਦਾ ਹੈ। ਨਾਨਕ ਤਿਸ ਸਰਣਾਗਤੀ, ਜੇ ਸਗਲ ਕਟਾ ਆਧਾਰ। ਨਿਰੰਕਾਰ ਸੱਚੇ ਪਾਤਸ਼ਾਹ ਸੰਸਾਰ ਦੇ ਜੀਵਾਂ ਨੂੰ ਕਹਿੰਦੇ ਹਰ ਵੇਲੇ ਉਸ ਅਕਾਲ ਪੁਰਖ ਨਿਰੰਕਾਰ ਦੀ ਸ਼ਰਨ ਦੇ ਵਿੱਚ ਰਹਿ, ਉਸ ਦੀ ਸ਼ਰਨ ਦੇ ਵਿੱਚ ਰਹਿ ਭਾਈ, ਉਹਦੀ ਸ਼ਰਨ ਦੇ ਵਿੱਚ ਆਉਣਾ ਕਰ। ਕਿਹੜਾ? ਜਿਹੜਾ ਸਾਰਿਆਂ ਘਟਾਂ ਦਾ ਹੀ ਆਸਰਾ ਤੇ ਸਹਾਰਾ ਹੈ। ਸ੍ਰੀ ਰਾਗ ਮਹਲਾ ਪੰਜਵਾਂ, ਰਸਨਾ ਸੱਚਾ ਸਿਮਰਿਐ, ਮਨ ਤਨ ਨਿਰਮਲ ਹੋਏ। ਜਿਸ ਤਰ੍ਹਾਂ ਮੈਂ ਪਹਿਲਾਂ ਵੀ ਬੇਨਤੀ ਆਪ ਜੀ ਦੇ ਚਰਨਾਂ 'ਚ ਕੀਤੀ ਸੀ ਕਿ ਸਤਿਗੁਰਾਂ ਨੇ ਸਰੀਰ ਦੇ ਅੰਗਾਂ ਨੂੰ ਵੀ ਮਹੱਤਤਾ ਦਿੱਤੀ, ਪਰ ਸਭ ਤੋਂ ਜ਼ਿਆਦਾ ਮਹੱਤਤਾ ਚਰਨਾਂ ਨੂੰ ਦਿੱਤੀ ਹੈ ਮਹਾਰਾਜ ਨੇ। ਇਸੇ ਤਰ੍ਹਾਂ ਇੱਥੇ ਮਹਾਰਾਜ ਸੱਚੇ ਪਾਤਸ਼ਾਹ ਜੀ ਹੁਣ ਜੀਵ ਦੀ ਗੱਲ ਕਰਦੇ, ਰਸਨਾ। ਕਹਿੰਦੇ ਉਹ ਰਸਨਾ ਜਿਹੜੀ ਮਹਾਰਾਜ ਕਹਿੰਦੇ ਵੀ ਇਹ ਰਸਨਾ ਤੂੰ ਅਨਰਸ ਰਾਜ ਰਹੀ, ਤੇਰੀ ਪਿਆਸ ਨਾ ਜਾਏ। ਜਿਹਦੀ ਕਦੀ ਵੀ ਪਿਆਸ ਨਹੀਂ ਜਾਂਦੇ, ਜਿੱਦਾਂ ਦੇ ਪਦਾਰਥ ਇਹਨੂੰ ਮਰਜ਼ੀ ਖਿਲਾਈ ਚਲੋ, ਇਹਦੀ ਪਿਆਸ ਨਹੀਂ ਜਾਂਦੀ। ਪਰ ਗਾਹਾਂ ਜਾ ਕੇ ਨਿਰੰਕਾਰ ਧੰਨ ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਦੇ ਰੋਜ਼ ਦੇ ਨਿਤਨੇਮ ਦੇ ਵਿੱਚ ਆਪਾਂ ਬਾਣੀ ਪੜ੍ਹਦੇ ਹਾਂ, ਕਹਿੰਦੇ ਨੇ ਇਹ ਸਰਵਣੋਂ ਮੇਰਿਓ ਸਾਚੇ ਸੁਣਨੇ ਨੂੰ ਪਠਾਏ, ਸਾਚੇ ਸੁਣਨੇ ਨੂੰ ਪਠਾਏ, ਸਰੀਰ ਲਾਏ ਸੁਣੋ ਸਤਬਾਣੀ, ਜਿਤ ਸੁਣੀ ਮਨ ਤਨ ਹਰਿਆ ਹੋਇਆ, ਰਸਨਾ ਰਸ ਸਮਾਣੀ। ਕਹਿੰਦੇ ਇਹ ਜਿਹੜੀ ਅਨਰਸ ਰਸਨਾ ਸੀ, ਇਹ ਵੀ ਪ੍ਰਮਾਤਮਾ ਦੇ ਰਸ ਦੇ ਵਿੱਚ ਰੰਗੀ ਗਈ। ਤਾਂ ਇੱਥੇ ਵੀ ਨਿਰੰਕਾਰ ਕਹਿੰਦੇ ਨੇ ਰਸਨਾ, ਇਹ ਜਿਬੇ ਉਹ ਸੱਚੇ ਪ੍ਰੀਤਮ ਦੀ ਬੰਦਗੀ ਕਰ, ਉਹਦੀ ਬੰਦਗੀ ਕਰਨ ਨਾਲ ਇਹ ਮਨ ਤੇ ਤਨ ਨਿਰਮਲ ਪਵਿੱਤਰ ਉੱਚਾ ਸੁੱਚਾ ਹੋ ਜਾਵੇਗਾ। ਮਾਤ ਪਿਤਾ ਸਾਕ ਅਗਲੇ, ਤਿਸ ਬਿਨ ਅਵਰ ਨ ਕੋਏ। ਕਹਿੰਦੇ ਮਾਂ ਬਾਪ ਜਿਹੜੇ ਸਾਰੇ ਸਾਗ ਸੰਬੰਧੀ ਇੱਥੇ ਨੇ ਸੰਸਾਰ ਦੇ ਉੱਤੇ, ਹੋਣੇ ਵੀ ਜ਼ਰੂਰੀ ਚਾਹੀਦੇ ਨੇ। ਇਹਨਾਂ ਤੋਂ ਬਗੈਰ ਭਾਈ ਸਾਡਾ ਗੁਜ਼ਾਰਾ ਨਹੀਂ ਹੋ ਸਕਦਾ। ਪਰ ਮਾਲਕ ਕਹਿੰਦੇ ਨੇ ਵੀ ਇਹਨਾਂ ਦੇ ਨਾਲ ਇੰਨਾ ਮੋਹ ਨਾ ਪਾ ਬੈਠੀ ਕਿ ਤੈਨੂੰ ਪ੍ਰੀਤਮ ਭੁੱਲ ਜਾਵੇ। ਇਹਨਾਂ ਨੇ ਕਿ ਤੇਰੇ ਗਾਂਹ ਜਾ ਕੇ ਕਿਤੇ ਕੰਮ ਨਹੀਂ ਆਉਣਾ, ਜਦ ਤੇਰੀ ਮੌਤ ਹੋ ਜਾਣੀ ਹੈ, ਜਿਸ ਵੇਲੇ ਤੂੰ ਮਿੱਟੀ ਦੀ ਢੇਰੀ ਬਣ ਜਾਣਾ, ਬਸ ਇੱਥੇ ਤੱਕ ਹੀ ਇਹਨਾਂ ਦਾ ਸੰਬੰਧ ਹੈ ਤੇਰੇ ਨਾਲ। ਪਰ ਉਹ ਅਕਾਲ ਪੁਰਖ ਇੱਕੋ ਹੈ ਜਿਹੜਾ ਤੇਰਾ ਸਦਾ ਸਹਾਇਕ ਬਣਦਾ ਹੈ। ਇਸ ਕਰਕੇ ਇਹ ਤੇਰੇ ਕਿਤੇ ਗਾਹਾਂ ਜਾ ਕੇ ਸਹਾਇਕ ਨਹੀਂ ਬਣਨਗੇ। ਮਿਹਰ ਕਰੇ ਜੇ ਆਪਣੀ, ਚਸਾ ਨ ਵਿਸਰੈ ਸੋਏ। ਨਿਰੰਕਾਰ ਜਿਹਦੇ ਉੱਤੇ ਕਿਰਪਾ ਕਰ ਦਿੰਦੇ ਨੇ, ਮਿਹਰ ਕਰ ਦਿੰਦੇ ਨੇ, ਜਿਹਨੂੰ ਐਨ ਟਿਕਾ ਮਿਲ ਗਿਆ, ਪ੍ਰੇਮ ਮਿਲ ਗਿਆ, ਆਨੰਦ ਮਿਲ ਗਿਆ ਭਾਈ, ਜਿਸ ਨੂੰ ਬੰਦਗੀ ਦਾ ਰਸ ਹੋਣਾ ਸ਼ੁਰੂ ਹੋ ਗਿਆ, ਨਾਮ ਦਾ ਰਸ ਹੋਣਾ ਸ਼ੁਰੂ ਹੋ ਗਿਆ। ਸਤਿਗੁਰ ਕਹਿੰਦੇ ਨੇ ਉਹ ਇੱਕ ਚਸਾ ਮੈਂ ਬੇਨਤੀ ਅੱਗੇ ਕੀਤੀ ਸੀ, 15 ਵਾਰ ਅੱਖਾਂ ਮੀਟ ਕੇ ਖੋਲੀਏ ਆਪਾਂ, ਇਹ ਇੱਕ ਚਸਾ ਬਣਦਾ ਹੈ। ਕਹਿੰਦੇ ਇੱਕ ਚਸਾ ਵੀ ਉਸ ਨੂੰ ਅਕਾਲ ਪੁਰਖ ਦੀ ਦੂਰੀ ਮਨਜ਼ੂਰ ਨਹੀਂ, ਨਾ ਉਹ ਦੂਰ ਹੁੰਦਾ ਤੇ ਨਾ ਅਰਦਾਸ ਕਰਦਾ, ਨਾਲੇ ਅਰਦਾਸ ਕਰਦਾ ਕਿ ਇੱਕ ਚਸਾ ਵੀ ਮੇਰੇ ਕੋਲੋਂ ਵਿਸਰਿਓ ਨਾ। ਮਨ ਮੇਰੇ
ਸਾਚਾ ਸੇਵ ਜਿਚਰ ਸਾਸ। ਮੇਰੇ ਮਨਾ ਉਸ ਸੱਚੇ ਦੀ ਸੇਵਾ ਕਰ ਜਿੰਨਾ ਚਿਰ ਤੇਰੇ ਅੰਦਰ ਸਵਾਸ ਚੱਲ ਰਹੇ ਹਨ। ਬਿਨ ਸੱਚੇ ਸਭ ਕੂੜ ਹੈ, ਅੰਤੇ ਹੋਏ ਵਿਨਾਸ਼। ਸੱਚੇ ਨਿਰੰਕਾਰ ਤੋਂ ਬਗੈਰ ਹਰ ਵਸਤੂ ਕੂੜ ਹੈ। ਹਰ ਵਸਤੀ ਜਿਹੜੀ ਮਿੱਤ ਹੈ ਉਹ ਮਿੱਟੀ ਸਮਝਣੀ ਹੈ, ਝੂਠੀ ਹੈ। ਇਹ ਸੰਸਾਰ ਸਾਰਾ ਝੂਠਾ ਹੈ। ਨਿਰੰਕਾਰ ਸੱਚੇ ਪਾਤਸ਼ਾਹ ਕਹਿੰਦੇ ਨੇ ਅੰਤ ਨੂੰ ਇਹ ਸਾਰੇ ਨਾਸ ਹੋਣ ਵਾਲੇ ਨੇ। ਗੁਰੂ ਨਾਨਕ ਨਿਰੰਕਾਰ ਸੱਚੇ ਪਾਤਸ਼ਾਹ ਜੀ ਇੱਕ ਵਾਰ ਮਰਦਾਨੇ ਨੂੰ ਬਾਜ਼ਾਰ ਦੇ ਵਿੱਚ ਭੇਜਦੇ ਨੇ ਇੱਕ ਟਕਾ ਦੇ ਕੇ। ਉਹ ਪੁੱਛੇ ਤਾਂ ਮਰਦਾਨਾ ਕਹਿੰਦਾ ਵੀ ਮਾਰੇ ਕੀ ਖਰੀਦ ਕੇ ਲਿਆਵਾਂ? ਆਖਣ ਲੱਗੇ ਜਾ 1 ਪੈਸੇ ਦਾ ਸੱਚ ਖਰੀਦ ਕੇ ਲੈ ਕੇ ਆਗਨੀ ਤੇ 1 ਪੈਸੇ ਦਾ ਝੂਠ ਖਰੀਦ ਕੇ ਲੈ ਕੇ ਆਵੀਂ। ਸਤਿਗੁਰ ਸੱਚੇ ਪਾਤਸ਼ਾਹ ਦਾ ਹੁਕਮ ਪਾ ਕੇ ਮਰਦਾਨਾ ਜੀ ਬਾਜ਼ਾਰ ਦੇ ਵਿੱਚ ਜਾਂਦੇ ਨੇ। ਜਾ ਕੇ ਹਰ ਜਗ੍ਹਾ ਦੇ ਉੱਤੇ ਕਹਿੰਦੇ ਨੇ ਵੀ ਸਾਨੂੰ 1 ਪੈਸੇ ਦਾ ਸੱਚ ਦੇ ਦੇਵੋ, 1 ਪੈਸੇ ਦਾ ਝੂਠ ਦੇ ਦਿਓ। ਪਰ ਕੋਈ ਸਮਝ ਨਾ ਸਕਿਆ। ਪਰ ਇੱਕ ਸਿਆਣਾ ਸੱਚਮੁੱਚ ਹੀ ਨਿਰੰਕਾਰ ਦੇ ਨਾਲ ਜੁੜਿਆ ਹੋਇਆ ਜਿਸ ਵੇਲੇ ਉਹਦੀ ਹੱਟ ਤੇ ਗਿਆ ਤੇ ਆਖਣ ਲੱਗਾ ਵੀ ਹਾਂ ਤੈਨੂੰ ਇਹ ਜਿਹੜੀ ਵਸਤੂ ਤੈਨੂੰ ਚਾਹੀਦੀ ਇੱਥੋਂ ਜ਼ਰੂਰ ਮਿਲ ਜਾਏਗੀ। ਉਸ ਨੇ ਉਹ ਟਕਾ ਰੱਖ ਲਿਆ, ਆਖ ਦਿੱਤਾ, ਲਿਖ ਕੇ ਪੇਪਰ ਦੇ ਉੱਤੇ ਦਿੱਤਾ ਕਿ ਜੀਵਨ ਝੂਠ ਹੈ, ਮੌਤ ਸੱਚ ਹੈ। ਤੇ ਲੈ ਉਹ ਦੋਨੋਂ ਕਾਗਜ਼ ਮਰੋੜ ਕੇ ਉਸ ਨੇ ਮਰਦਾਨਾ ਜੀ ਦੇ ਹੱਥ ਦੇ ਉੱਤੇ ਰੱਖ ਦਿੱਤੇ ਤੇ ਆਖਣ ਲੱਗੇ ਜਾ ਜਿਸ ਨੇ ਤੈਨੂੰ ਭੇਜਿਆ ਹੈ ਉਹ ਹੈ ਕੌਣ? ਆਖਣ ਲੱਗਾ ਇਹ ਬਲੀ ਆ, ਨਿਰੰਕਾਰ ਹੈ, ਸੰਸਾਰ ਦਾ ਮਾਲਕ ਹੈ। ਉਸ ਨੇ ਇਹ ਪਰਖ ਮੇਰੀ ਹੀ ਕੀਤੀ ਹੈ ਤੇ ਤੇਰੀ ਪਰਖ ਕੀਤੀ ਹੈ, ਸੰਸਾਰ ਦੀ ਪਰਖ ਕੀਤੀ ਹੈ। ਤੇ ਜਿਸ ਵੇਲੇ ਕਹਿੰਦੇ ਜਾ ਕੇ ਉਹਨਾਂ ਦੀ ਹਥਿਆਲੀ ਦੇ ਉੱਤੇ ਰੱਖ ਦੇਈਂ। ਤੇ ਜਿਸ ਵੇਲੇ ਸਤਿਗੁਰ ਸੱਚੇ ਪਾਤਸ਼ਾਹ ਨੇ ਦੋਨੋਂ ਕਾਗਜ਼ ਖੋਲੇ ਤੇ ਮਰਦਾਨੇ ਨੂੰ ਆਖਣ ਲੱਗੇ ਮਰਦਾਨਿਆ ਪੜਿਆ? ਕਹਿੰਦੇ ਨਹੀਂ ਮਹਾਰਾਜ ਨਹੀਂ ਪੜਿਆ। ਕਹਿੰਦੇ ਪੜ। ਤੇ ਕਹਿੰਦੇ ਕਿ ਜੀਵਨ ਝੂਠ ਹੈ, ਮੌਤ ਸੱਚ ਹੈ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਵੀ ਅੰਤ ਵੇਲੇ ਕੋਈ ਵੀ ਤੇਰਾ ਸਹਾਈ ਨਹੀਂ ਹੋਵੇਗਾ। ਰਹਾਓ ਸਾਹਿਬ ਮੇਰਾ ਨਿਰਮਲਾ, ਤਿਸ ਬਿਨ ਰਹਿਣ ਨ ਜਾਏ। ਮੇਰਾ ਪ੍ਰੀਤਮ ਨਿਰੰਕਾਰ ਵਰਗਾ ਹੋਰ ਦੁਨੀਆ ਤੇ ਹੈ ਹੀ ਕੋਈ ਨਹੀਂ। ਇੰਨੇ ਉੱਚੇ ਸੁੱਚੇ ਤੇ ਪਵਿੱਤਰ ਹਨ, ਇੰਨੇ ਗੰਭੀਰ ਹਨ, ਤਿਸ ਬਿਨ ਰਹਿਣ ਨਾ ਜਾਏ। ਉਹ ਤੋਂ ਬਗੈਰ ਕਿੱਦਾਂ ਜੀਵ ਤੂੰ ਰਹਿ ਸਕਦਾ? ਮੈਨੂੰ ਅਜੇ ਤੱਕ ਸਮਝ ਨਹੀਂ। ਕਈ ਵਾਰੀ ਗੁਰਮੁਖ ਪਿਆਰਿਓ ਪੈਂਦੀ ਹੁੰਦੀ ਕਿ ਹੋਰ ਸਭ ਕਾਰਜਵਾਨ ਕਰਨ ਵਾਸਤੇ ਅਸੀਂ ਸਮਾਂ ਕੱਢ ਲੈਂਦੇ ਪਰ ਉਹਦੀ ਬੰਦਗੀ ਕਰਨ ਵਾਸਤੇ ਸਮਾਂ ਨਹੀਂ ਕੱਢਦੇ। ਇਸ ਮਨ ਨੂੰ ਕੁੱਟਣਾ ਪੈਣਾ, ਇਸ ਮਨ ਨੂੰ ਸਮਝਾਉਣਾ ਪੈਣਾ, ਮਨਾ ਉਸ ਤੋਂ ਬਗੈਰ ਹੋਰ ਕੋਈ ਸੰਸਾਰ ਦੇ ਤੇ ਤੇਰਾ ਰਖਵਾਲਾ ਨਹੀਂ ਹੈ। ਮੇਰੇ ਮਨ ਤਨ ਭੁੱਖ ਅਤੇ ਅਗਲੀ, ਕੋਈ ਆਣ ਮਿਲਾਵੇ ਮਾਏ। ਜਦੋਂ ਫਿਰ ਅੰਦਰੋਂ ਪਿਆਸ ਉੱਠਦੀ ਉਹਦੇ ਮਿਲਣ ਦੀ, ਜਿਸਲੇ ਅੰਦਰੋਂ ਫਿਰ ਭੁੱਖ ਲੱਗਦੀ ਉਹਨੂੰ ਮਿਲਣ ਦੀ, ਤਾਂ ਕਹਿੰਦੇ ਨੇ ਮੇਰੇ ਮਨ ਤਨ ਭੁੱਖ ਅਤੇ ਅਗਲੀ, ਉਹ ਨਿਰੰਕਾਰ ਸੱਚੇ ਪਾਤਸ਼ਾਹ ਨੂੰ ਪ੍ਰਾਪਤੀ ਕਰਨ ਵਾਲੀ ਮੇਰੇ ਅੰਦਰ ਭੁੱਖ ਲੱਗੀ ਹੈ। ਤੇ ਹੁਣ ਉਹ ਵਿਆਕਲ ਹੋ ਕੇ ਟੋੜ ਰਿਹਾ। ਜਿਹੜਾ ਕੋਈ ਉਹ ਪ੍ਰੀਤਮ ਦੇ ਨਾਲ ਮਿਲਾ ਸਕੇ ਤਾਂ ਉਹ ਆਪ ਕਹਿੰਦਾ ਕੋਈ ਆਣ ਮਿਲਾਵੇ ਮਾਏ, ਮੇਰੇ ਤੇ ਕੋਈ ਕਿਰਪਾ ਕਰੇ, ਮੈਨੂੰ ਪ੍ਰੀਤਮ ਦੇ ਦਰ ਘਰ ਦਾ ਮਾਰਗ ਦਿਖਾ ਦੇਵੇ। ਚਾਰੇ ਕੁੰਡਾਂ ਪਾਲੀਆਂ, ਸਹਿਬਿਨ ਅਵਰ ਨ ਜਾਏ। ਚਾਰੇ ਕੁੰਡਾਂ ਮੈਂ ਭਾਲ ਕੇ ਦੇਖ ਲਈਆਂ। ਮੈਂ 84 ਲੱਖ ਜੂਨ ਦੇ ਵਿੱਚ ਪਤਾ ਨਹੀਂ ਕਿੰਨੀ ਕੁ ਵਾਰ ਆਇਆ, ਕਿਹੜੀ ਜੂਨ ਦੇ ਵਿੱਚ ਹੀ ਘੁੰਮ ਕੇ ਆਇਆ। ਪਰ ਕਹਿੰਦੇ ਮੈਂ ਏਦੂ ਸੰਸਾਰ ਦੇ ਉੱਤੇ ਆ ਮਨੁੱਖਾ ਦੇ ਪਾ ਕੇ ਮੈਂ ਚਾਰੀ ਦਿਸ਼ਾ ਦੇਖ ਲਈਆਂ, ਪਰ ਮੈਨੂੰ ਕਿਤਿਓਂ ਵੀ ਸੁੱਖ ਦਾ ਸਾਹ ਦੇਣ ਵਾਲਾ, ਉਹ ਗਿਆਨ ਦੇਣ ਵਾਲਾ, ਨਿਰੰਕਾਰ ਨਾਲ ਜੋੜਨ ਵਾਲਾ, ਗਿਆਨ ਦੇਣ ਵਾਲਾ ਕੋਈ ਨਾ ਲੱਭਿਆ। ਹੁਣ ਮੈਂ ਨਿਰੰਕਾਰ ਤੇਰੇ ਚਰਨਾਂ ਦੇ ਵਿੱਚ ਆਣ ਕੇ ਡਿੱਗ ਪਿਆ ਹਾਂ, ਪਰ ਮੈਂ ਤੇਰੇ ਚਰਨਾਂ ਦੇ ਵਿੱਚ ਡਿੱਗਿਆ ਇਸ ਕਰਕੇ ਸਤਿਗੁਰ ਸੱਚੇ ਪਾਤਸ਼ਾਹ ਜੀ ਕਿ ਹੁਣ ਤੁਹਾਡੇ ਤੋਂ ਬਗੈਰ ਕੋਈ ਨਹੀਂ ਜਿਹੜਾ ਮੈਨੂੰ ਸੱਚਾ ਮਾਰਗ ਦਿਖਾ ਸਕਦਾ ਹੈ। ਤਿਸ ਆਗੇ ਅਰਦਾਸ ਕਰ, ਜੋ ਮੇਲੇ ਕਰਤਾਰ। ਜੇ ਕਿਤੇ ਰਾਸਤੇ ਦੇ ਵਿੱਚ ਤੁਰੇ ਜਾਂਦੇ ਪੂਰਨ ਫਕੀਰ ਸਾਧੂ ਸੰਤ ਤੈਨੂੰ ਮਿਲ ਜਾਵਣ, ਉਹਨਾਂ ਦੇ ਚਰਨਾਂ ਦੇ ਵਿੱਚ ਢਹਿ ਜਾ ਤੇ ਉਹਨਾਂ ਦੇ ਚਰਨਾਂ 'ਚ ਅਰਦਾਸ ਕਰ, ਜਿਹੜਾ ਕਿ ਤੈਨੂੰ ਪੂਰੇ ਅਕਾਲ ਪੁਰਖ ਸੱਚੇ ਪਾਤਸ਼ਾਹ ਦੇ ਦਰ ਘਰ ਦਾ ਮਾਰਗ ਦਿਖਾ ਦੇਵੇ। ਸਤਿਗੁਰ ਦਾਤਾ ਨਾਮ ਕਾ, ਪੂਰਾ ਜਿਸ ਭੰਡਾਰ। ਕਹਿੰਦੇ ਸਤਿਗੁਰੂ ਹੀ ਹੈ ਜਿਹੜਾ ਨਾਮ ਦਾ ਦਾਤਾ ਹੈ, ਜਿਹਦੇ ਸਾਰੇ ਭੰਡਾਰੇ ਸਦਾ ਭਰਪੂਰ ਰਹਿੰਦੇ ਹਨ। ਸਦਾ ਸਦਾ ਸਲਾਹੀਐ, ਅੰਤ ਨ ਪਾਰਾਵਾਰ। ਜਿਹਦੇ ਕੋਲ ਭਗਤੀ ਦੇ ਭੰਡਾਰੇ ਸਦਾ ਭਰਪੂਰ ਰਹਿੰਦੇ ਨੇ, ਕਹਿੰਦੇ ਉਹਨੂੰ ਸਦਾ ਦਿਨ ਰਾਤ ਉਹਦੀ ਸਿਫਤ ਦੇ ਵਿੱਚ ਲੱਗਾ ਰਹਿ।
ਜਿਹਦਾ ਅੰਤ ਤੇ ਪਾਰਾਵਾਰ ਨਾ ਕਿਸੇ ਨੇ ਪਾਇਆ ਨਾ ਕੋਈ ਪਾ ਸਕੇਗਾ, ਸਿਰਫ ਉਹਦੀ ਸ਼ਲਾਘਾ ਹੀ ਕਰਨ ਦੇ ਵਿੱਚ ਬੈਠਾ ਰਹਿ। ਪਰਵਦਗਾਰ ਸਲਾਹੀਐ ਜਿਸ ਦੇ ਚਲਤ ਅਨੇਕ। ਸੰਸਾਰੀ ਜੀਵ ਉਹ ਅਕਾਲ ਪੁਰਖ ਨੂੰ ਪਾਲਣਹਾਰਾ, ਪਰਵਦਗਾਰ, ਪਾਲਣ ਪੋਸ਼ਣ ਕਰਨ ਵਾਲਾ, ਦਾਤਾਂ ਦੇਣ ਵਾਲਾ, ਇਸ ਸੰਸਾਰ ਤੇ ਸਾਡੀ ਰਖਵਾਲੀ ਕਰਨ ਵਾਲਾ ਜਿਹੜਾ ਨਿਰੰਕਾਰ ਵਾਹਿਗੁਰੂ ਆ, ਕਹਿੰਦੇ ਉਹਦੀ ਸਲਾਹ ਦੇ ਵਿੱਚ ਚੱਲ। ਪਰ ਉਹਦੇ ਕੌਤਕ ਅਨੇਕਾਂ ਹੀ ਨੇ, ਪਤਾ ਨਹੀਂ ਕਿਸ ਵੇਲੇ ਕਿਹੜੇ ਸਮੇਂ ਤੈਨੂੰ ਸਵਾਲ ਦੇ ਵਿੱਚ ਉਸਨੇ ਪਾ ਦੇਣਾ, ਤੇਰੇ ਉੱਤੇ ਕਿਸ ਤਰ੍ਹਾਂ ਦਾ ਆਣ ਕੇ ਕੋਈ ਕਾਰਜ ਕਰ ਦੇਣਾ। ਉਸ ਵੇਲੇ ਸਤਿਗੁਰਾਂ ਨੇ ਤੇਰੀ ਪਰਖ ਕਰਨੀ ਆ ਕਿ ਤੂੰ ਇਹਦੇ ਵਿੱਚੋਂ ਪਾਸ ਹੋ ਗਿਆ ਕਿ ਫੇਲ ਹੋ ਗਿਆ। ਸੁਚੇਤ ਹੋ ਕੇ ਚੱਲ, ਪਤਾ ਨਹੀਂ ਕਿਹੜੇ ਰੂਪ ਦੇ ਵਿੱਚ ਕਿੱਥੇ ਤੈਨੂੰ ਮਿਲ ਜਾਣਾ। ਜਿਸ ਤਰ੍ਹਾਂ ਨਾਮਦੇਵ ਜੀ ਕਹਿੰਦੇ ਨੇ ਕਿ ਦਵਾਰਕਾ ਨਗਰੀ ਦੇ ਵਿੱਚ ਇਹ ਪਠਾਨ ਦਾ ਰੂਪ ਧਾਰਨ ਕਰਕੇ ਆ ਗਿਆ ਸੀ, ਪਰ ਨਾਮਦੇਵ ਦੀ ਅੱਖ ਸੀ, ਨਾਮਦੇਵ ਸੁਚੇਤ ਸੀ। ਨਾਮਦੇਵ ਨੇ ਨਿਰੰਕਾਰ ਅਕਾਲ ਪੁਰਖ ਨੂੰ ਉਹ ਪਠਾਨ ਦੇ ਰੂਪ ਦੇ ਵਿੱਚ ਵੀ ਪਛਾਣ ਲਿਆ। ਸੋ ਇਸੇ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਜਿਸ ਦੇ ਚਲਤ ਅਨੇਕ, ਜਿਹਦੇ ਕੌਤਕ ਅਨੇਕਾਂ ਹਨ। ਸਦਾ ਸਦਾ ਆਰਾਧੀਐ ਏਹਾ ਮਤ ਵਿਸੇਖ। ਕਹਿੰਦੇ ਮਤ ਨੂੰ ਵਿਸ਼ੇਸ਼ ਉੱਚੀ ਸੁੱਚੀ ਨਿਰਮਲ ਬਣਾ ਲਾ। ਐਨ ਹਰ ਵੇਲੇ ਉਹ ਅਕਾਲ ਪੁਰਖ ਨੂੰ ਆਪਣੇ ਨਾਲ ਜਾਣ। ਜਦੋਂ ਤੇਰੀ ਮਤ ਉੱਚੀ ਸੁੱਚੀ ਹੋ ਗਈ ਜਾਂ ਤੂੰ ਉੱਚੀ ਸੁੱਚੀ ਮੱਤ ਦਾ ਮਾਲਕ ਬਣ ਗਿਆ, ਤਾਂ ਉਸ ਲਈ ਖਿਆਲ ਇੱਕ ਕਰੀ, ਸਦਾ ਸਦਾ ਆਰਾਧੀਏ, ਉਸ ਅਕਾਲ ਪੁਰਖ ਸੱਚੇ ਪਾਤਸ਼ਾਹ ਦੀ ਕਿਰਪਾ ਦੇ ਨਾਲ, ਉਸ ਨਾਮ ਦੇ ਨਾਲ ਹੀ ਤੇਰੀ ਮਤ ਇੰਨੀ ਬੁੱਧੀ ਤੇ ਇੰਨੀ ਉੱਚੀ ਤੇ ਇੰਨੀ ਸੁਚੇਤ ਬਣੇਗੀ। ਮਨ ਤਨ ਮਿੱਠਾ ਤਿਸ ਲੱਗਾ ਜਿਸ ਮਸਤਕ ਨਾਨਕ ਲੇਖ। ਨਿਰੰਕਾਰ ਸੱਚੇ ਪਾਤਸ਼ਾਹ ਕਹਿੰਦੇ ਨੇ ਜਿਹਦੇ ਮੱਥੇ ਦੇ ਉੱਤੇ ਚੰਗੇ ਲੇਖ ਲਿਖਣੇ ਸ਼ੁਰੂ ਹੋ ਗਏ, ਜਿਹਦੇ ਲੇਖ ਜਿਹੜੇ ਕਿ ਗਿਣੇ ਨਹੀਂ ਜਾ ਸਕਦੇ, ਚੰਗੇ ਲੇਖਾਂ ਦਾ ਉਹ ਮਾਲਕ ਬਣ ਗਿਆ, ਉਸ ਜੀਵ ਨੂੰ ਉਹ ਅਕਾਲ ਪੁਰਖ ਦਾ ਨਾਮ ਮਨ ਤੇ ਤਨ, ਮਤਲਬ ਨਿਰਗੁਣ ਤੇ ਸਰਗੁਣ ਸਰੂਪ ਦੇ ਵਿੱਚ ਮਿੱਠਾ ਲੱਗਣਾ ਸ਼ੁਰੂ ਹੋ ਗਿਆ, ਪਿਆਰਾ ਲੱਗਣਾ ਸ਼ੁਰੂ ਹੋ ਗਿਆ। ਸ੍ਰੀ ਰਾਗ ਮਹਲਾ ਪੰਜਵਾਂ। ਸੰਤ ਜਨੋ ਮਿਲ ਪਾਈ ਹੋ ਸੱਚਾ ਨਾਮ ਸਮਾਲ। ਇਸ ਸੰਸਾਰ ਦੇ ਜੀਵੋ ਸੰਤ ਜਨੋ, ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਰਾਮਕਲੀ ਰਾਗ ਦੇ ਵਿੱਚ ਅਨੇਕਾਂ ਰੂਪਾਂ ਦੇ ਵਿੱਚ ਸਾਨੂੰ ਯਾਦ ਕਰਨਾ। ਆਵੋ ਸਿੱਖ ਸਤਿਗੁਰ ਕੇ ਪਿਆਰਿਓ ਗਾਵੋ ਸੱਚੀ ਬਾਣੀ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਭਗਤਾਂ ਕੀ ਚਾਲ ਨਿਰਾਲੀ। ਇਹ ਵੱਖਰੇ ਵੱਖਰੇ ਨਾਮ ਮਹਾਰਾਜ ਨੇ ਦਿੱਤੇ ਹੋਏ ਨੇ ਔਰ ਇਹ ਪ੍ਰੇਮ ਦੀ ਭਾਸ਼ਾ ਹੈ ਭਾਈ, ਪ੍ਰੇਮ ਦੀ ਭਾਸ਼ਾ। ਇੱਥੇ ਵੀ ਸਤਿਗੁਰ ਕਹਿੰਦੇ ਨੇ ਕਿ ਸੰਤ ਜਨੋ, ਇਸ ਸੰਸਾਰ ਦੇ ਜੀਵੋ, ਆਓ ਭਾਈਓ ਮਿਲੀਏ, ਇੱਕ ਦੂਜੇ ਦੇ ਨਾਲ ਆਪਾਂ ਬੈਠੀਏ, ਆਪਾਂ ਸੰਗਤ ਕਰੀਏ। ਸੰਗਤ ਦੇ ਵਿੱਚ ਕੀ ਕਰੀਏ? ਉਹ ਨਿਰੰਕਾਰ ਸੱਚੇ ਪਾਤਸ਼ਾਹ ਦੇ ਨਾਮ ਦੀ ਆਰਾਧਨਾ ਕਰੀਏ, ਉਸ ਨਾਮ ਨੂੰ ਸੰਭਾਲੀਏ। ਤੋਸਾ ਬੰਦ ਹੋ ਜੀ ਕਾ ਐਥੇ ਉਥੇ ਨਾਲ। ਸੰਗਤ ਦੇ ਵਿੱਚ ਜਿਸ ਵੇਲੇ ਤੁਸੀਂ ਨਾਮ ਸੰਭਾਲਣ ਦੀ ਜਾਚ ਸਿੱਖ ਲਓਗੇ, ਨਾਮ ਸੰਭਾਲਣ ਲੱਗੋਗੇ, ਮਹਾਰਾਜ ਕਹਿੰਦੇ ਤੋਸਾ ਬੰਧੋ। ਨਾਮ ਦਾ ਤੋਸਾ ਕਹਿੰਦੇ ਹੁੰਦੇ ਨੇ ਗਠੜੀ। ਗਠੜੀ ਜਿਹਦੇ ਵਿੱਚ ਅਸੀਂ ਜਦੋਂ ਪੁਰਾਤਨ ਸਮਿਆਂ ਦੇ ਵਿੱਚ ਇੱਕ ਨਗਰ ਤੋਂ ਦੂਸਰੇ ਨਗਰ ਜਾਇਆ ਕਰਦੇ ਸਨ ਜਾਂ ਤੀਰਥ ਯਾਤਰਾ ਤੇ ਜਾਂਦੇ ਸਨ, ਇੱਕ ਅਸੀਂ ਉੱਥੇ ਉਹ ਗਠੜੀ ਬੰਨ੍ਹ ਲੈਂਦੇ ਸਾਂ, ਉਹਦੇ ਵਿੱਚ ਅਸੀਂ ਮਾਇਆ ਰੱਖ ਲੈਂਦੇ ਹੁੰਦੇ ਸੀ। ਉਹ ਮਾਇਆ ਜਿਹੜੀ ਸਾਡਾ ਤੋਸਾ ਹੁੰਦਾ ਸੀ ਖਰਚ ਵਾਸਤੇ। ਤਾਂ ਮਹਾਰਾਜ ਵੀ ਇਹ ਤੇ ਕਹਿੰਦੇ ਨੇ ਕਿ ਜੀ ਦਾ ਤੋਸਾ, ਇਹ ਜਿਹੜੀ ਜਿੰਦ ਆ ਇਹਦਾ ਤੋਸਾ, ਇਹਦਾ ਖਰਚ ਜਿਹੜਾ ਤੂੰ ਪੱਲੇ ਬੰਨਣਾ ਉਹ ਬੰਨ। ਅਕਾਲ ਪੁਰਖ ਦਾ ਨਾਮ ਕਿੱਥੋਂ ਮਿਲਣਾ? ਪ੍ਰਾਪਤ ਸੰਤ ਜਨਾਂ ਦੇ ਕੋਲੋਂ, ਉਹ ਅਕਾਲ ਪੁਰਖ ਵਾਹਿਗੁਰੂ ਦੇ ਕੋਲੋਂ। ਕਹਿੰਦੇ ਕਿ ਇੱਥੇ ਉੱਥੇ ਲੋਕ ਪਰਲੋਕ ਵਿੱਚ ਤੇਰਾ ਸਹਾਇਕ ਹੋਵੇਗਾ। ਗੁਰਪੂਰੇ ਤੇ ਪਾਈਐ ਆਪਣੀ ਨਦਰ ਨਿਹਾਲ। ਇਹ ਖਰਚਾ ਨਾਮ ਦਾ ਧਨ ਪੂਰੇ ਗੁਰੂ ਦੇ ਕੋਲੋਂ ਸਾਨੂੰ ਪ੍ਰਾਪਤ ਹੋ ਸਕਦਾ ਹੈ, ਪਰ ਪ੍ਰਾਪਤ ਕਿੱਦਾਂ ਹੁੰਦਾ? ਜਿਹਦੇ ਉੱਤੇ ਅਕਾਲ ਪੁਰਖ ਨਿਰੰਕਾਰ ਮਿਹਰਬਾਨ ਦਿਆਲੂ ਕਿਰਪਾਲੂ ਆਪਣੀ ਮਿਹਰ ਦੀ ਨਜ਼ਰ ਕਰ ਦਿੰਦੇ ਹਨ। ਕਰਮ ਪ੍ਰਾਪਤ ਤਿਸ ਹੋਵੇ ਜਿਸਨੂੰ ਹੋਏ ਦਇਆਲ। ਜਿਹੜਾ ਜੀਵ ਨਾਮ ਦੇ ਨਾਲ ਜੁੜ ਗਿਆ ਔਰ ਸੱਚਮੁੱਚ ਹੀ ਆਪਣੇ ਆਪ ਨੂੰ ਰੰਗਣਾ ਉਸਨੇ ਸ਼ੁਰੂ ਕਰ ਦਿੱਤਾ, ਇਹ ਅਨੁਭਵ ਕਰ ਲਓ ਕਿ ਗੁਰੂ ਦੀ ਦਿਆਲਤਾ ਤੁਹਾਡੇ ਉੱਤੇ ਆਉਣੀ ਸ਼ੁਰੂ ਹੋ ਗਈ। ਜਦੋਂ ਤੁਹਾਡੇ ਉੱਤੇ ਦਿਆਲਤਾ ਹੋਣੀ ਸ਼ੁਰੂ ਹੋ ਗਈ, ਤੁਹਾਡੇ ਜਿਹੜੇ ਕਰਮ ਨੇ, ਜੇ ਤੁਹਾਡੇ ਕਾਰਜ ਨੇ, ਜੋ ਵੀ ਤੁਸੀਂ ਕਰੋਗੇ ਉਹ ਬਹੁਤ ਉੱਚਾ ਤੇ ਸੱਚਾ ਹੋਏਗਾ। ਇਹ ਉੱਚੇ ਸੁੱਚੇ ਕਰਮ ਕਰਨ ਦੇ ਨਾਲ ਹੀ ਨਿਰੰਕਾਰ ਦੀ ਦਿਆਲਤਾ ਸਾਨੂੰ ਪ੍ਰਾਪਤ ਹੁੰਦੀ ਹੈ। ਮੇਰੇ ਮਨ ਗੁਰਜੇ ਵਡਿਆਵਰ ਨ ਕੋਏ। ਮੇਰੇ ਮਨਾ ਨਿਰੰਕਾਰ ਵਾਹਿਗੁਰੂ ਗੁਰੂ ਨਾਨਕ ਨਿਰੰਕਾਰ ਸੱਚੇ ਪਾਤਸ਼ਾਹ ਤੋਂ ਵਰਗਾ ਹੋਰ ਕੋਈ ਦੁਨੀਆ ਤੇ ਨਹੀਂ ਹੈ। ਦੂਜਾ ਥਾਉ ਨਾ ਕੋ ਸੁਜੈ ਗੁਰ ਮੇਲੇ ਸੱਚ ਸੋਏ। ਗੁਰੂ ਤੋਂ ਬਗੈਰ ਹੋਰ ਕੋਈ ਉੱਚੀ ਸੁੱਚੀ ਥਾਂ ਨਹੀਂ ਸਾਨੂੰ
ਪ੍ਰਾਪਤ ਹੋ ਸਕਦੀ। ਤੇ ਗੁਰ ਮੇਲੇ ਸੱਚੇ ਸੋਏ ਗਿਆਨ ਉਸ ਵੇਲੇ ਹੁੰਦਾ ਜਦੋਂ ਨਿਰੰਕਾਰ ਸੱਚੇ ਪਾਤਸ਼ਾਹ ਆਪ ਆਪਣੇ ਪਿਆਰੇ ਨੂੰ ਆਪਣੇ ਵਿੱਚ ਹੀ ਮਿਲਾ ਲੈਂਦੇ ਹਨ। ਰਹਾਉ ਸਗਲ ਪਦਾਰਥ ਤਿਸ ਮਿਲੇ ਜਿਨ ਗੁਰ ਡਿਠਾ ਜਾਏ। ਜਿਨ੍ਹਾਂ ਨੇ ਨਿਰੰਕਾਰ ਸੱਚੇ ਪਾਤਸ਼ਾਹ ਦੇ ਦਰਸ਼ਨ ਹੀ ਕਰ ਲਏ, ਕਹਿੰਦੇ ਸਤਿਗੁਰ ਸੱਚੇ ਪਾਤਸ਼ਾਹ ਜੀ ਸਾਰੇ ਪਦਾਰਥਾਂ ਦੇ ਖਜ਼ਾਨੇ ਖੋਲ ਕੇ ਉਹਨੂੰ ਦੋ ਦਿੰਦੇ ਹਨ। ਗੁਰ ਚਰਣੀ ਜਿਨ ਮਨ ਲਗਾ ਸੇ ਵਡ ਭਾਗੀ ਮਾਏ। ਉਹ ਵੱਡੇ ਭਾਗਾਂ ਵਾਲੇ ਨੇ ਜਿਨ੍ਹਾਂ ਦਾ ਮਨ ਨਿਰੰਕਾਰ ਦੇ ਸ਼ਬਦ ਦੇ ਨਾਲ ਇੱਕ ਜੁਟ, ਇੱਕ ਸੁਰ, ਇੱਕ ਟਿਕਾ ਦੇ ਵਿੱਚ ਜੁੜ ਗਿਆ। ਗੁਰ ਦਾਤਾ ਸਮਰੱਥ ਗੁਰ, ਗੁਰ ਸਭ ਮਹਿ ਰਿਹਾ ਸਮਾਏ। ਗੁਰੂ ਨਿਰੰਕਾਰ ਵਾਹਿਗੁਰੂ ਹੀ ਦਾਤਾ ਹੈ, ਉਹ ਸਮਰੱਥ ਗੁਰੂ ਹੈ ਤੇ ਗੁਰਮ ਸਭ ਮਹਿ ਰਿਹਾ ਸਮਾਏ। ਤੇ ਉਹ ਹਰ ਜੀਵ ਦੇ ਅੰਦਰ ਜੋਤ ਰੂਪ ਬਣ ਕੇ, ਆਤਮਾ ਰੂਪ ਬਣ ਕੇ ਟਿਕਿਆ ਹੋਇਆ ਹੈ। ਗੁਰ ਪਰਮੇਸ਼ਰ ਪਾਰ ਬ੍ਰਹਮ, ਗੁਰ ਡੁਬਦਾ ਲੈ ਤਰਾਏ। ਉਹ ਤਾਂ ਐਡਾ ਮਿਹਰਬਾਨ ਹੈ, ਕਹਿੰਦੇ ਉਹ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਪਰਮ ਆਤਮਾ, ਕਹਿੰਦੇ ਨੇ ਵੀ ਆਪਣੇ ਪਿਆਰਿਆਂ ਨੂੰ ਜੇ ਕਿਤੇ ਅਚਨਚੇਤ ਉਹ ਗਲਤ ਰਾਸੇ ਨੂੰ ਵੀ ਤੁਰ ਵੀ ਪਵੇ ਤਾਂ ਉਹਦੀ ਬਾਹ ਫੜ ਕੇ ਉਹਨੂੰ ਬਚਾ ਲੈਂਦੇ ਨੇ। ਉਹਦੀ ਜਗ੍ਹਾ ਤੇ ਜਿੱਦਾਂ ਭਾਈ ਜੋਗਾ ਸਿੰਘ ਨੂੰ ਗੁਰੂ ਨਿਰੰਕਾਰ ਸੱਚੇ ਪਾਤਸ਼ਾਹ ਨੇ ਬੇਸਵਾ ਦੇ ਦੁਆਰੇ ਤੇ ਆਪ ਪਹਿਰਾ ਦੇ ਕੇ ਆਪਣੇ ਗੁਰਸਿੱਖ ਨੂੰ ਬਚਾਇਆ। ਤੇ ਇਸੇ ਤਰ੍ਹਾਂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਪਰਮੇਸ਼ਰ ਆਪਣੇ ਪਿਆਰੇ ਨੂੰ ਜੇ ਕਿਤੇ ਗਲਤ ਮਨ ਦੇ ਵਿੱਚ ਖਿਆਲ ਵੀ ਹੋਵੇ ਉਸ ਨੂੰ ਤਾਰ ਲੈਂਦੇ ਨੇ। ਦੂਸਰੇ ਇਹਦੇ ਅਰਥ ਇਹ ਨਿਕਲਦੇ ਨੇ ਨਿਰੰਕਾਰ ਏਡੇ ਮਿਹਰਬਾਨ ਦਿਆਲੂ ਕਿਰਪਾਲੂ ਨੇ ਜਿਹਦੇ ਚਰਨਾਂ ਦੇ ਵਿੱਚ ਡਿੱਗ ਕੇ ਤੂੰ ਉਹਦੀ ਬੰਦਗੀ ਕਰਦਾ। ਇਹ ਭਵਸਾਗਰ ਸਮੁੰਦਰ ਤੋਂ ਆਪ ਹੀ ਤਾਰ ਕਰ ਲੈਂਦੇ ਨੇ, ਆਪਣੇ ਪਿਆਰੇ ਨੂੰ ਤਾਰ ਲੈਂਦੇ ਹਨ। ਕਿਤ ਮੁਖ ਗੁਰ ਸਾਲਾਹੀਐ ਕਰਨ ਕਾਰਣ ਸਮਰੱਥ। ਕਿਹੜੇ ਮੂੰਹ ਦੇ ਨਾਲ ਮੈਂ ਉਹਦੀ ਵਡਿਆਈ ਕਰਾਂ? ਉਹ ਤਾਂ ਹਰ ਦਾਤਾਂ ਦਾ ਮਾਲਕ ਹੈ, ਹਰ ਕਾਰਜ ਕਰ ਰਿਹਾ ਹੈ, ਉਹਦਾ ਹੁਕਮ ਹਰ ਜਗ੍ਹਾ ਦੇ ਉੱਤੇ ਵਰਤ ਰਿਹਾ ਹੈ। ਸੇ ਮੱਥੇ ਨਿਹ ਚਲ ਰਹੇ ਜਿਨ ਗੁਰ ਧਾਰਿਆ ਹੱਥ। ਜਿਨ੍ਹਾਂ ਦੇ ਸਿਰ ਦੇ ਉੱਤੇ ਨਿਰੰਕਾਰ ਸੱਚੇ ਪਾਤਸ਼ਾਹ ਸਮਰੱਥ ਗੁਰੂ ਨੇ ਹੱਥ ਧਰ ਦਿੱਤਾ, ਕਹਿੰਦੇ ਵੀ ਉਹ ਕਦੀ ਵੀ ਇਹਦੂ ਸੰਸਾਰ ਦੇ ਉੱਤੇ ਡੋਲਣਗੇ ਨਹੀਂ, ਸੋ ਸਦਾ ਹੀ ਫੇਰ ਨਿਚਲ ਰਹਿੰਦੇ ਨੇ। ਉਹਨਾਂ ਨੂੰ ਕੋਈ ਡੋਲ ਨਹੀਂ, ਡਲਾ ਨਹੀਂ ਸਕਦਾ, ਭਾਵੇਂ ਸਿਰ ਤੇ ਆਰੇ ਚੱਲਦੇ ਹੋਣ। ਗੁਰ ਅੰਮ੍ਰਿਤ ਨਾਮ ਪਿਆਲਿਆ ਜਨਮ ਮਰਨ ਕਾ ਪਥ। ਗੁਰੂ ਨਿਰੰਕਾਰ ਸੱਚੇ ਪਾਤਸ਼ਾਹ ਨੇ ਨਾਮ ਰੂਪੀ ਅੰਮ੍ਰਿਤ ਉਹਨਾਂ ਨੂੰ ਦੇ ਦਿੱਤਾ। ਉਹ ਅੰਮ੍ਰਿਤ ਦੇ ਵਿੱਚ ਇਹ ਮਨ ਚੁੱਭੇ ਲਾਉਣ ਲੱਗ ਪਿਆ, ਆਨੰਦ ਲੈਣ ਲੱਗ ਪਿਆ। ਕਹਿੰਦੇ ਫਿਰ ਜਨਮ ਮਰਨ ਦਾ ਜਿਹੜਾ ਚੱਕਰ ਸੀ ਨਿਰੰਕਾਰ ਖਤਮ ਕਰ ਦਿੰਦੇ ਹਨ। ਗੁਰ ਪਰਮੇਸ਼ਰ ਸੇਵਿਆ ਪੈ ਪੰਜਨ ਦੁਖ ਲੱਥ। ਜਿਸ ਨੇ ਗੁਰੂ ਨਿਰੰਕਾਰ ਸੱਚੇ ਪਾਤਸ਼ਾਹ ਦੀ ਸੇਵਾ ਕੀਤੀ, ਨਾਮ ਜਪਿਆ, ਬੰਦਗੀ ਕੀਤੀ, ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਉਹਨਾਂ ਦੇ ਅੰਦਰ ਜਿਹੜਾ ਮੌਤ ਦਾ ਡਰ ਹੈ ਜਾਂ ਕੋਈ ਹੋਰ ਭੈ ਦੇਣ ਵਾਲੀ ਵਸਤੂ ਹੈ ਉਹਨੂੰ ਦੂਰ ਕਰ ਦਿੰਦੇ ਨੇ। ਸਾਰੇ ਦੁੱਖ ਜਿਹੜੇ ਨੇ ਜਨਮ ਮਰਨ ਦਾ ਵੱਡਾ ਦੁੱਖ ਹੈ ਉਹ ਲੈ ਜਾਂਦਾ ਹੈ। ਸਤਿਗੁਰ ਗਹਿਰ ਗੰਭੀਰ ਹੈ ਸੁਖ ਸਾਗਰ ਅਗਖੰਡ। ਨਿਰੰਕਾਰ ਸੱਚੇ ਪਾਤਸ਼ਾਹ ਜੀ ਏਡੇ ਡੂੰਘੇ ਖਿਆਲਾਂ ਵਾਲੇ ਨੇ, ਏਡੇ ਉੱਚੇ ਸੁੱਚੇ ਨੇ। ਸੁਖ ਸਾਗਰ ਅਗਖੰਡ, ਕਹਿੰਦੇ ਵੀ ਇਹ ਉਹ ਸੁੱਖਾਂ ਦੇ ਸਮੁੰਦਰ ਨੇ ਤੇ ਪਾਪਾਂ ਨੂੰ ਨਾਸ ਕਰਨ ਦੀ ਸਮਰੱਥਾ ਨਿਰੰਕਾਰ ਸੱਚੇ ਪਾਤਸ਼ਾਹ ਦੇ ਕੋਲ ਹੈ। ਇਸੇ ਕਰਕੇ ਵਾਰ-ਵਾਰ ਆਪਾਂ ਰੋਜ਼ ਤੁਹਾਡੇ ਚਰਨਾਂ 'ਚ ਬੇਨਤੀ ਕਰੀਦੀ, ਭਾਈ ਬੰਦਗੀ ਕਰੋ, ਬੰਦਗੀ ਕਰੋ, ਬੰਦਗੀ ਕਰੋ ਕਿ ਅਸੀਂ ਆਪਣੇ ਜੀਵਨ ਦੇ ਵਿੱਚ ਕੁਝ ਖੱਟ ਕੇ ਜਾ ਸਕੀਏ। ਜਿਨ ਗੁਰ ਸੇਵਿਆ ਆਪਣਾ ਜਮਦੂਤ ਨ ਲਾਗੈ ਡੰਡ। ਹੁਣ ਕਿਹੜੀ ਚੀਜ਼ ਗੁਰੂ ਨੇ ਪਿੱਛੇ ਰੱਖ ਲਈ, ਪਰ ਫਰਕ ਇੱਕੋ ਹੀ ਪੈ ਚੁੱਕਿਆ ਕਿ ਅਸੀਂ ਨਾ ਤਾਂ ਇਹਦੂ ਚੀਜ਼ ਦੇ ਉੱਤੇ ਪੂਰਾ ਭਰੋਸਾ ਕਰਦੇ ਹਾਂ ਵੀ ਇਸ ਮਰਨ ਤੋਂ ਬਾਅਦ ਪਤਾ ਨਹੀਂ ਸਾਡੇ ਨਾਲ ਕੀ ਹੋਣਾ। ਉਹ ਜਿਹੜੇ ਬਾਰ-ਬਾਰ ਇਹ ਕਹੀ ਜਾਂਦੇ ਨੇ ਵੀ ਇਹ ਤੋਂ ਜਾ ਕੇ ਤਾਂ ਆਣ ਕੇ ਤਾਂ ਕਿਸੇ ਨੇ ਦੱਸਿਆ ਨਹੀਂ, ਪਰ ਕਰਿਓ ਬੰਦਗੀ, ਬੈਠੋ ਇੱਕ ਆਸਣ, ਕਰੋ ਭਗਤੀ, ਪਹੁੰਚੋ ਉਹਦੇ ਹੁਕਮ ਦੇ ਵਿੱਚ ਚੱਲੋ ਤਾਂ ਤੁਹਾਨੂੰ ਨਿਰੰਕਾਰ ਉਹਨਾਂ ਗੁਰਮੁਖਾਂ ਦੇ, ਉਹਨਾਂ ਸਾਧੂ ਜਨਾਂ ਦੇ, ਉਹਨਾਂ ਬ੍ਰਹਮ ਗਿਆਨੀਆਂ ਦੇ ਦਰਸ਼ਨ ਕਰਵਾ ਦੇਵਣਗੇ। ਜਦੋਂ ਤੁਸੀਂ ਜਨ ਬਣ ਗਏ, ਜਿੱਦਣ ਤੁਸੀਂ ਮੈਂ ਮੇਰੀ ਆਪਣੇ ਅੰਦਰੋਂ ਖਤਮ ਕਰ ਦਿੱਤੀ, ਜਿਹੜੇ ਆਣ ਕੇ ਤੁਹਾਨੂੰ ਗਿਆਨ ਦੇਣਗੇ, ਤੁਹਾਡੀ ਸਹਾਇਤਾ ਕਰਨਗੇ ਆਣ ਕੇ। ਜਿਹੜਾ ਮਹਾਰਾਜ ਸੱਚੇ ਪਾਤਸ਼ਾਹ ਨੇ ਇਹ ਜਿਹੜੇ ਬਚਨ ਉਚਾਰਨ ਕੀਤੇ ਨੇ, ਇਹ ਕਿਤੇ ਭਾਈ ਇਹ ਬਚਨਾਂ ਦੀ ਕੀਮਤ ਕੋਈ ਪਾ ਸਕਦਾ?
ਜਾਂ ਇਹ ਬਚਨ ਕੱਲੇ ਕੱਲੇ ਬਚਨ ਦੇ ਵਿੱਚ ਨਿਰੰਕਾਰ ਨੇ ਕੋਈ ਨਾ ਕੋਈ ਸਾਖੀ ਕੋਈ ਕੋਈ ਕਰਾਮਾਤ ਕੋਈ ਮੈਂ ਰਹਿਮਤ ਰੱਖੀ ਹੋਈ ਆ। ਤੇ ਇੱਥੇ ਨਿਰੰਕਾਰ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ, ਇੱਕ ਵਾਰ ਫੇਰ ਪੜਿਓ, ਜਿਨ ਗੁਰ ਸੇਵਿਆ ਆਪਣਾ ਜਮਦੂਤ ਨ ਲਾਗੈ ਡੰਡ। ਮਾਰੇ ਕਹਿੰਦੇ ਨੇ ਜਿਹੜੇ ਗੁਰੂ ਦੀ ਸ਼ਰਨ ਦੇ ਵਿੱਚ ਆਣ ਕੇ ਡਗ ਪਏ, ਸੇਵਾ ਦੇ ਵਿੱਚ ਲੱਗ ਗਏ, ਨਾਮ ਜਪਣ ਲੱਗ ਗਏ, ਉਹਨਾਂ ਨੂੰ ਜਮਦੂਤ ਵੀ ਜਿਹੜੇ ਦੈਂਤ ਨੇ ਉਹ ਵੀ ਕਿਸੇ ਤਰ੍ਹਾਂ ਦਾ ਦੰਡ ਨਹੀਂ ਦੇ ਸਕਦੇ। ਗੁਰ ਨਾਲ ਤੁਲਨਾ ਲੱਗਈ ਖੋਜ ਡਿਠਾ ਬ੍ਰਹਮੰਡ। ਗੁਰੂ ਵਰਗਾ ਮੈਨੂੰ ਕੋਈ ਨਹੀਂ ਮਿਲਿਆ, ਸੰਸਾਰੀ ਜੀਵ ਆਖ ਰਿਹਾ, ਕਹਿੰਦੇ ਗੁਰੂ ਵਰਗਾ ਮੈਨੂੰ ਕੋਈ ਨਹੀਂ ਮਿਲਿਆ। ਮੈਂ ਸਾਰੇ ਸੰਸਾਰ ਨੂੰ ਤੋਲ ਕੇ ਦੇਖ ਲਿਆ, ਸਾਰੇ ਬ੍ਰਹਮੰਡ ਖੋਜ ਕੇ ਦੇਖ ਲਏ। ਨਾਮ ਨਿਧਾਨ ਸਤਿਗੁਰ ਦੀਆ ਸੁਖ ਨਾਨਕ ਮਨ ਮੈਂ ਮੰਡ। ਨਿਰੰਕਾਰ ਸੱਚੇ ਪਾਤਸ਼ਾਹ ਕਹਿੰਦੇ ਨੇ ਇਹ ਨਾਮ ਦਾ ਖਜ਼ਾਨਾ ਨਿਰੰਕਾਰ ਵਾਹਿਗੁਰੂ ਨੇ ਆਪ ਆਪਣੇ ਪਿਆਰੇ ਨੂੰ ਦੇ ਦਿੱਤਾ, ਜਿਹੜਾ ਉਹਦੇ ਆਣ ਕੇ ਸ਼ਰਨ ਦੇ ਵਿੱਚ ਡਿੱਗ ਪਿਆ। ਕਹਿੰਦੇ ਫਿਰ ਜਿਹੜਾ ਸੁਖ ਹੈ, ਸੁਖਾਂ ਦਾ ਦਾਤਾ ਹੈ, ਉਸ ਨੂੰ ਹਿਰਦੇ ਦੇ ਵਿੱਚ ਜੀਵ ਨੇ ਟਿਕਾ ਲਿਆ। ਮਨ ਮੈਂ ਮੰਡ, ਉਸ ਨੂੰ ਧਾਰਨਾ, ਮੰਡ ਕਹਿੰਦੇ ਨੇ ਧਾਰਨਾ, ਉਸ ਨਿਰੰਕਾਰ ਸੱਚੇ ਪਾਤਸ਼ਾਹ ਨੂੰ ਆਪਣੇ ਹਿਰਦੇ ਦੇ ਵਿੱਚ ਧਾਰ ਕੇ ਟਿਕਾ ਲਿਆ ਹੈ। ਸ੍ਰੀ ਰਾਗ ਮਹਲਾ ਪੰਜਵਾਂ, ਮਿੱਠਾ ਕਰਕੇ ਖਾਇਆ ਕੌੜਾ ਉਪਜਿਆ ਸਾਧ। ਨਿਰੰਕਾਰ ਸੱਚੇ ਪਾਤਸ਼ਾਹ ਫਿਰ ਕਿਰਪਾ ਕਰਦੇ ਨੇ। ਹੁਣ ਮਹਾਰਾਜ ਹੁਣ ਸੰਸਾਰੀ ਪਦਾਰਥਾਂ ਦੀ ਗੱਲ ਕਰਨ ਲੱਗੇ ਨੇ ਭਾਈ, ਜਿਨ੍ਹਾਂ ਦੇ ਨਾਲ ਸਾਡਾ ਬਹੁਤ ਮੋਹ ਪਿਆ ਹੁੰਦਾ, ਜਿਨ੍ਹਾਂ ਦੇ ਕਾਰਨ ਕਰਕੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਜਿਹੜੇ ਨਾ, ਇਹਨਾਂ ਨੂੰ ਐਵੇਂ ਨਾ ਸਮਝ ਬੈਠੋ ਕਿ ਬਾਰ-ਬਾਰ ਅਸੀਂ ਇਹਨਾਂ ਦਾ ਜ਼ਿਕਰ ਆਪ ਜੀ ਦੇ ਕੋਲ ਕਰਦੇ ਹਾਂ, ਜਾਂ ਗੁਰੂ ਨਿਰੰਕਾਰ ਸੱਚੇ ਪਾਤਸ਼ਾਹ ਜੀ ਵਾਰ-ਵਾਰ ਇਹਦਾ ਸਾਨੂੰ ਗਿਆਨ ਦਿੰਦੇ ਨੇ। ਇਹ ਐਸੀਆਂ ਵਸਤੂਆਂ ਨੇ, ਇਹਨਾਂ ਦੇ ਮਗਰ ਇਹ ਨੇ ਰਾਜੇ, ਤੇ ਇਹਨਾਂ ਦੀ ਪਰਜਾ ਅਣਗਿਣਤ ਹੈ, ਜਿਹੜੀ ਕਿ ਸਾਡੇ ਵਿੱਚ ਤੇ ਗੁਰੂ ਦੇ ਵਿੱਚ ਦੀਵਾਰ ਬਣ ਕੇ ਖੜ ਜਾਂਦੀ ਹੈ। ਹੁਣ ਸਤਿਗੁਰ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ, ਇਸ ਸੰਸਾਰ ਦੇ ਜੀਵਾ ਤੈਂ ਕਸ਼ਿਸ਼ ਬੜੀ ਕੀਤੀ, ਮਿਹਨਤ ਬੜੀ ਕੀਤੀ, ਧਨ ਦੌਲਤ ਵੀ ਬੜਾ ਕਮਾ ਲਿਆ, ਪਰ ਉਸ ਦੇ ਨਾਲ ਤੂੰ ਜਿਹੜੇ ਵਿਸ਼ੇ ਵਿਕਾਰ ਖਾਣ ਲੱਗ ਪਿਆ, ਜਿਹੜੇ ਕਾਰਜ ਤੂੰ ਕਰਨ ਲੱਗ ਪਿਆ, ਉਹਨਾਂ ਦੀ ਹੁਣ ਸਜ਼ਾ ਸੋਹਣਾ ਕਰੀ। ਉਹਨਾਂ ਦੇ ਨਾਲ ਕੀ ਹੁੰਦਾ, ਕੋਈ ਰੋਜ਼ ਕਿਸੇ ਨੂੰ ਮਠਿਆਈਆਂ ਖਾਣ ਦਾ ਸਵਾਦ ਪੈ ਜਾਵੇ, ਉਹ ਰੋਜ਼ ਵੱਖਰੀਆਂ ਵੱਖਰੀਆਂ ਬੇਅੰਤ ਮਠਿਆਈਆਂ ਖਾਂਦਾ ਜਾਵੇ, ਤਾਂ ਉਹ ਜਿਹੜੀ ਮਠਿਆਈ ਖਾਣ ਉਸ ਵੇਲੇ ਜੀਵ ਨੂੰ ਤਾਂ ਬੜਾ ਪਿਆਰਾ ਰਸ ਲੱਗੇਗਾ ਮਠਿਆਈ ਦਾ। ਲੱਡੂ ਖਾਦੇ, ਪੇੜੇ ਖਾਦੇ, ਰਸਗੁੱਲੇ ਖਾਦੇ, ਗੁਲਾਬ ਜਾਮਣਾ ਖਾਧੀਆਂ, ਚਿੱਟੀਆਂ ਖਾਧੀਆਂ, ਕਾਲੀਆਂ ਖਾਧੀਆਂ, ਬੜਾ ਕੁਝ ਖਾਧਾ, ਬੜਾ ਉਸ ਵੇਲੇ ਤਾਂ ਲੱਗੇਗਾ ਵੀ ਜੀਭ ਬੜੀ ਮਿੱਠੀ ਹੋ ਗਈ। ਪਰ ਜਦੋਂ ਫਿਰ ਉਹਦੇ ਨਾਲ ਤੁਹਾਨੂੰ ਸ਼ੂਗਰ ਹੋ ਜਾਂਦੀ ਹੈ ਨਾ, ਤੇ ਬੰਦਾ ਬੜਾ ਦੁਖੀ ਹੁੰਦਾ, ਕਹਿੰਦੇ ਯਾਰ ਸੁਚੇਤ ਹੋ ਜਾਣਾ ਚਾਹੀਦਾ ਸੀ, ਨਹੀਂ ਸੀ ਇੰਨੀਆਂ ਮਠਿਆਈਆਂ ਖਾਣੀਆਂ ਚਾਹੀਦੀਆਂ। ਸੋ ਮਹਾਰਾਜ ਸੱਚੇ ਪਾਤਸ਼ਾਹ ਨੇ ਹੋਰ ਵੀ ਚੀਜ਼ਾਂ, ਕਈ ਐਸੇ ਜੀਵ ਨੇ ਜਿਹੜੇ ਕਿ ਸਦਾ ਸ਼ਰਾਬ ਦੇ ਵਿੱਚ ਗੁਲਤਾਨ, ਨਸ਼ੇ ਦੇ ਵਿੱਚ ਗੁਲਤਾਨ ਰਹਿੰਦੇ ਨੇ, ਪਰ ਉਹਨਾਂ ਨੂੰ ਅਨੇਕਾਂ ਬਿਮਾਰੀਆਂ ਲੱਗ ਜਾਂਦੀਆਂ, ਦੁੱਖ ਲੱਗ ਜਾਂਦੀਆਂ ਨੇ, ਰੋਗ ਲੱਗ ਜਾਂਦੇ ਨੇ, ਉਹ ਵੀ ਬਾਅਦ ਵਿੱਚ ਬੜੇ ਪਛਤਾਉਂਦੇ ਨੇ। ਜਿਹੜੇ ਕਾਮ ਆਸ਼ਰਾਂ ਦੇ ਵਿੱਚ ਹੀ ਆਪਣਾ ਜੀਵਨ ਬਤੀਤ ਕਰ ਰਹੇ ਨੇ, ਉਹਨਾਂ ਨੂੰ ਵੀ ਅਨੇਕਾਂ ਤਰ੍ਹਾਂ ਦੀਆਂ ਮਹਾਰਾਜ ਵੱਖਰੀਆਂ ਵੱਖਰੀਆਂ ਬਿਮਾਰੀਆਂ ਲੱਗ ਜਾਂਦੀਆਂ ਨੇ, ਫਿਰ ਉਹ ਅੰਤ ਦੇ ਪਛਤਾਉਂਦੇ ਨੇ ਵੀ ਸਾਨੂੰ ਸੁਚੇਤ ਹੋ ਜਾਣਾ ਚਾਹੀਦਾ ਸੀ। ਇੱਥੇ ਮਾਲਕ ਸੱਚੇ ਪਾਤਸ਼ਾਹ ਕਹਿੰਦੇ ਵੀ ਜੀਵਨ ਕਾਲ ਦੇ ਵਿੱਚ ਜਿਹੜੀਆਂ ਚੀਜ਼ਾਂ ਨੂੰ ਤੂੰ ਮਿੱਠਾ ਜਾਂ ਪਿਆਰੀਆਂ ਕਰਕੇ ਖਾਣ ਡਿਆ ਆ, ਵਰਤਣ ਡਿਆ ਆ, ਜਿਨ੍ਹਾਂ ਦੇ ਨਾਲ ਤੇਰਾ ਪਿਆਰ ਪੈ ਚੁੱਕਿਆ ਹੈ, ਅੰਤ ਦੇ ਉੱਤੇ ਇਹ ਤੈਨੂੰ ਦੁੱਖ ਦੇਣਗੀਆਂ। ਕੌੜਾ ਉਪਜਿਆ ਸਾਧ, ਇਹਨਾਂ ਦਾ ਸਵਾਦ ਅੰਤ ਤੇ ਜਾ ਕੇ ਪਤਾ ਲੱਗੇਗਾ ਥੋੜੇ ਸਮੇਂ ਤੋਂ ਬਾਅਦ ਕਿ ਕਿੰਨਾ ਭਿਆਨਕ ਨਿਕਲਿਆ ਹੈ। ਪਾਈ ਮੀਤ ਸੁਰਿਦ ਕੀਏ ਵਿਖਿਆ ਰਚਿਆ ਬਾਦ। ਬੜੀ ਮਾਇਆ ਤੇਰੇ ਕੋਲ ਹੋਈ, ਬੜੇ ਤੇਰੇ ਮਿੱਤਰ ਬਣ ਗਏ, ਤੇਰੇ ਕੋਲੋਂ ਖਾਣ ਪੀਣ ਆਣ ਲੱਗਾ ਨਾ, ਤੇਰੇ ਮਿੱਤਰ ਕਈ ਬਣ ਗਏ, ਕਈ ਇੱਥੇ ਤੱਕ ਬਣ ਗਏ ਕਿ ਤੇਰੇ ਭਰਾ ਬਣ ਗਏ, ਸਕੇ ਭਰਾਵਾਂ ਨਾਲੋਂ ਉਹਨੇ ਜ਼ਿਆਦਾ ਤੈਨੂੰ ਲਾਗੇ ਲੱਗਣ ਲੱਗ ਪਿਆ। ਕਹਿੰਦੇ ਫਿਰ ਕੀ ਹੋਇਆ, ਤੇ ਕਈ ਤੇਰੇ ਸੁਹਿਰਦ ਬਣ ਗਏ। ਸੁਹਿਰਦ ਦਾ ਮਤਲਬ ਹੈ ਕਿ ਤੇਰੀ ਰੱਖਿਆ ਕਰਨ ਵਾਸਤੇ ਡੰਡੇ ਲੈ ਕੇ ਆਲੇ ਦੁਆਲੇ ਖੜ ਗਏ, ਭਈ ਜੇ ਕੋਈ ਕਿਸੇ ਤਰ੍ਹਾਂ ਦਾ ਤੈਨੂੰ ਕੋਈ ਗੱਲ ਕਹੇਗਾ ਪਹਿਲਾਂ ਅਸੀਂ ਉਹਨੂੰ ਜਾਣਾਂਗੇ। ਜਿਨ੍ਹਾਂ ਨੂੰ ਅਸੀਂ ਅੱਜ ਦੇ ਰੂਪ ਦੇ ਵਿੱਚ ਬੋਡੀ ਗਾਰਡ ਕਹਿ ਦਿੰਦੇ ਹਾਂ, ਅੰਗ ਸੁਰੱਖਿਅਕ। ਦੇਖੋ ਕਿੰਨੇ ਜਿਹੜੇ ਮਾੜੇ ਮਾੜੇ ਮਿਨਿਸਟਰ ਨੇ ਪੰਜਾਬ ਦੇ ਵਿੱਚ ਜਾਂ ਹੋਰ ਉਧਰਲੇ ਪਾਸੇ, ਕਿੰਨੇ ਉਹਨਾਂ ਨੇ ਰੱਖੇ ਹੋਏ ਨੇ, ਕਿਉਂਕਿ ਉਹਨਾਂ ਨੂੰ ਮੌਤ ਦਾ ਹਰ ਵੇਲੇ ਡਰ ਹੈ। ਤੇ ਮਹਾਰਾਜ ਕਹਿੰਦੇ ਵੀ ਜਾਣ ਕੇ ਤੇਰੇ ਭਾਈ ਜਿਨ੍ਹਾਂ ਨੂੰ ਤੂੰ ਮਿੱਤਰ ਤੇ ਇਸ ਤਰ੍ਹਾਂ ਦੇ ਜਿਹੜੇ ਤੈਂ ਜੀਵ ਬਣਾ ਕੇ ਰੱਖੇ ਹੋਏ ਨੇ, ਵੇਖਿਆ ਰਾਜ ਬਾਦ, ਇਹਨਾਂ ਦੇ ਨਾਲ ਤੂੰ
ਉਹ ਮਾਇਆ ਦੇ ਸਹਾਰੇ ਦੇ ਨਾਲ ਕਹਿੰਦੇ ਤੂੰ ਜ਼ਹਿਰ ਵਾਲੇ ਸਵਾਦ ਖਾ ਰਿਹਾ, ਜ਼ਹਿਰ ਵਾਲੇ ਸਵਾਦ ਖਾ ਰਿਹਾ ਹੈ। ਜਾਂਦੇ ਬਿਲਮ ਨ ਹੋਵਈ ਬਿਨ ਨਾਵੇਂ ਬਿਸਮਾਦ। ਜਿਨ੍ਹਾਂ ਪਦਾਰਥਾਂ ਦੇ ਕਾਰਨ ਕਰਕੇ ਇਹ ਤੇਰੇ ਨਾਲ ਜੁੜੇ ਹੋਏ ਸਨ, ਅੱਜ ਐਸੀ ਖੇਲ ਵਰਤ ਗਈ, ਤੇਰੀ ਜੇਬ ਹੋ ਗਈ ਖਾਲੀ। ਕਹਿੰਦੇ ਭੱਜਣ ਲੱਗੇ ਸਮਾਂ ਨਹੀਂ ਲਾਉਂਦੇ, ਦੱਸ ਭੱਜਣ ਲੱਗੇ ਸਮਾਂ ਨਹੀਂ ਲਾਉਂਦੇ। ਇਸ ਕਰਕੇ ਕਹਿੰਦੇ ਵੀ ਜੀਵ ਸੁਚੇਤ ਰਹਿ, ਵਿਨ ਨਾਮੇ ਵਿਸਮਾਦ। ਉਹ ਕਹਿੰਦੇ ਗੁਰੂ ਨਿਰੰਕਾਰ ਦੇ ਨਾਮ ਤੋਂ ਬਗੈਰ ਸਭ ਮਿਥਿਆ ਜਾਣ, ਮਿੱਟੀ ਜਾਣ, ਝੂਠ ਜਾਣ, ਕੋਈ ਵੀ ਤੇਰੇ ਨਾਲ ਤੇਰਾ ਸਹਾਈ ਨਹੀਂ ਹੋ ਸਕਦਾ ਇੱਕ ਨਾਮ ਤੋਂ ਇਲਾਵਾ। ਮੇਰੇ ਮਨ ਸਤਿਗੁਰ ਕੀ ਸੇਵਾ ਲਾਗ। हे ਮੇਰੇ ਮਨਾ ਉਹ ਨਿਰੰਕਾਰ ਸੱਚੇ ਪਾਤਸ਼ਾਹ ਸੱਚੇ ਵਾਹਿਗੁਰੂ ਦੀ ਸੇਵਾ ਦੇ ਵਿੱਚ ਹਰ ਵੇਲੇ ਟਿਕਿਆ ਰਹਿ। ਜੋ ਦਿਸੇ ਸੋ ਵਿਣਸਣਾ ਮਨ ਕੀ ਮਤ ਤਿਆਗ। ਜਿੱਧਰ ਤੂੰ ਦੇਖਣ ਡਿਆ ਆ, ਜੋ ਜੰਮਿਆ ਉਸਨੇ ਮਰ ਜਾਣਾ ਇੱਕ ਦਿਨ। ਕਹਿੰਦੇ ਜੋ ਇਸ ਤੂੰ ਦੇਖ ਰਿਹਾ ਸਾਰਿਆਂ ਨੇ ਇਥੋਂ ਇੱਕ ਦਿਨ ਮਿੱਤ ਹੋ ਜਾਣਾ, ਮਰ ਜਾਣਾ, ਖਤਮ ਹੋ ਜਾਣਾ ਹੈ। ਇਸ ਕਰਕੇ ਆਪਣੇ ਮਨ ਦੀ ਮਤ ਨੂੰ ਤਿਆਗ ਦੇ, ਕਿਉਂਕਿ ਤੈਂ ਵੀ ਇੱਕ ਦਿਨ ਤੈਂ ਇਹ ਲੱਕੜਾਂ ਦੀ ਸੇਜ ਦੇ ਉੱਤੇ ਸੌਣਾ ਹੀ ਸੌਣਾ ਹੈ। ਰਹਾਓ ਜਿਉ ਕੂਕਰ ਹਰ ਕਾਇਆ ਤਾਵੈ ਦਿਸ ਜਾਏ। ਜਿੱਦਾਂ ਕਹਿੰਦੇ ਇੱਥੇ ਕੁੱਤੇ ਦੀ ਉਹ ਤੁਸੀਂ ਮਿਸਾਲ ਦਿੱਤੀ ਜਿਹੜਾ ਹਲਕ ਗਿਆ। ਪਿਛਲੇ ਸਮਿਆਂ ਦੇ ਵਿੱਚ ਅਸੀਂ ਵੀ ਜਦੋਂ ਨਿੱਕੇ ਨਿੱਕੇ ਹੁੰਦੇ ਸੀ ਪਿੰਡਾਂ ਦੇ ਵਿੱਚ ਦੇਖਣਾ, ਤੇ ਘਰਾਂ ਉੱਥੇ ਆਣ ਕੇ ਨਾ ਹੋਕਾ ਦੇਣ ਵਾਲੇ ਲਾਉਣਾ ਪਿਓ ਬਾਹਰ ਨਾ ਨਿਕਲਿਓ, ਬਾਹਰ ਨਾ ਨਿਕਲਿਓ, ਪਿੰਡ ਵੱਲ ਨੂੰ ਹਲਕਿਆ ਕੁੱਤਾ ਆਉਂਦਾ ਹੈ। ਹੁਣ ਹਲਕੇ ਕੁੱਤੇ ਦੀਆਂ ਨਿਸ਼ਾਨੀਆਂ ਵੀ ਮਹਾਰਾਜ ਸੱਚੇ ਪਾਤਸ਼ਾਹ ਦੱਸਦੇ ਨੇ। ਕਹਿੰਦੇ ਵੀ ਉਹ ਹਲਕਿਆ ਕੁੱਤਾ ਹੁਣ ਦੇਖਦਾ ਨਹੀਂ, ਪਰ ਮੈਂ ਕਿਹਨੂੰ ਚੱਖ ਮਾਰਨਾ, ਕਿਹਨੂੰ ਮੈਂ ਹਲਕ ਦਾ ਰੋਗ ਦੇ ਦੇਣਾ। ਤੇ ਮਹਾਰਾਜ ਕਹਿੰਦੇ ਉਹਦੇ 4 ਔਗਣ ਹੁੰਦੇ ਨੇ, 4 ਕਿਹੜੇ? ਇੱਕ ਉਹਦੀ ਪੂਛ ਸਿੱਧੀ ਹੁੰਦੀ ਆ, ਜਿਹੜੇ ਸਿਆਣੇ ਪਛਾਣਦੇ ਨੇ ਉਹ ਕਿੱਦਾਂ ਕਹਿੰਦੇ ਨੇ। ਇੱਕ ਉਹਦੀ ਪੂਛ ਸਿੱਧੀ ਹੋ ਜਾਂਦੀ ਆ, ਦੂਸਰਾ ਮੂੰਹ ਦੇ ਵਿੱਚੋਂ ਝੱਗ ਸੁੱਟਦਾ ਹੈ, ਤੀਜਾ ਉਹ ਪਾਣੀ ਤੋਂ ਬੜਾ ਡਰਦਾ, ਪਾਣੀ ਦੇ ਲਾਗੇ ਨਹੀਂ ਜਾਂਦਾ, ਚੌਥਾ ਵੀ ਜਿਹਨੂੰ ਵੜਦਾ ਨਾ ਉਹਨੂੰ ਵੀ ਹਲਕ ਕਰ ਦਿੰਦਾ। ਕਹਿੰਦਾ ਇਸ ਕਰਕੇ ਸੁਚੇਤ ਹੋ ਜਾ ਤੂੰ ਕਿ ਜਿਉਂ ਜਿੱਦਾਂ ਹਲਕੇ ਕੁੱਤੇ ਨੂੰ 4 ਜਿਹੜੇ ਔਗਣ ਨੇ ਉਹਦੇ ਵਿੱਚ, ਜਾਂ 4 ਕੰਮ ਨੇ ਜਿਨ੍ਹਾਂ ਦੇ ਨਾਲ ਹੀ ਉਹਨੂੰ ਪਛਾਣਿਆ ਜਾਂਦਾ। ਉਹ ਕਹਿੰਦਾ ਦਹਿ ਦਿਸ ਧਾਵੇ ਦਹਿ ਦਿਸ ਜਾਏ। ਉਹ ਜਿੱਧਰ ਨੂੰ ਦੇਖਦਾ ਉਧਰ ਨੂੰ, ਉਹ ਜਿੱਧਰ ਨੂੰ ਉਹਦਾ ਮੂੰਹ ਦਾ ਉਧਰ ਨੂੰ ਭੱਜਿਆ ਫਿਰਦਾ ਹੈ। ਜੇ ਉਧਰੋਂ ਰਸਤਾ ਖਤਮ ਹੋ ਗਿਆ ਦੂਸਰੇ ਪਾਸੇ ਨੂੰ, ਉਹ ਹਰ ਵੇਲੇ ਖੜਦਾ ਹੀ ਨਹੀਂ, ਭੱਜਿਆ ਹੀ ਫਿਰਦਾ ਹਰ ਪਾਸੇ ਨੂੰ ਹੈ। ਲੋਭੀ ਜੰਤ ਨ ਜਾਣਈ ਪਖ ਅਪਖ ਸਭ ਖਾਏ। ਨਿਰੰਕਾਰ ਸੱਚੇ ਪਾਤਸ਼ਾਹ ਕਹਿੰਦੇ ਨੇ ਵੀ ਜਿਹੜੇ ਲੋਭੀ ਪੁਰਸ਼ ਨੇ, ਜਾਂ ਜਿਹੜੇ ਸਤਿਗੁਰ ਸੱਚੇ ਪਾਤਸ਼ਾਹ ਤੋਂ ਟੁੱਟੇ ਹੋਏ ਨੇ, ਕਹਿੰਦੇ ਉਹਨਾਂ ਨੂੰ ਇਹ ਹਲਕੇ ਕੁੱਤੇ ਦੇ ਬਰੋਬਰ ਜਾਣੀਏ। ਉਹਨਾਂ ਨੂੰ ਭਖ ਅਪਖ, ਖਾਣ ਦਾ ਵਾਲੀ ਵਸਤੂ ਤੇ ਨਾ ਖਾਣੇ ਵਾਲੀ ਵਸਤੂ ਨੂੰ ਇੱਕ ਬਰੋਬਰ ਹੀ ਉਹ ਦੇਖਦੇ ਨੇ। ਉਹ ਦੇਖਦੇ ਨੇ ਵੀ ਆਹ ਖਾਣੀ ਚਾਹੀਦੀ ਆ, ਇਹਦੇ ਨਾਲ ਮੈਨੂੰ ਮਨ ਨੂੰ ਸੰਤੁਸ਼ਟੀ ਮਿਲੇਗੀ, ਆਹ ਨਹੀਂ ਖਾਣੀ ਚਾਹੀਦੀ, ਇਹਦੇ ਨਾਲ ਮੈਨੂੰ ਰੋਗ ਲੱਗੇਗਾ। ਫਿਰ ਉਹ ਕੀ ਕਰਦੇ ਨੇ ਜਿਹੜੇ ਪੁਰਸ਼, ਉਹ ਅਧਰਮੀ ਹੁੰਦੇ ਨੇ, ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ। ਉਹ ਕੀ ਕਰਦੇ ਨੇ, ਉਹ ਵੀ ਫਿਰ ਹਲਕੇ ਕੁੱਤੇ ਵਾਂਗ ਉਹਨਾਂ ਦੀ ਵੀ ਜਿਹੜੀ ਪੂਛ ਹੁੰਦੀ ਹੈ ਉਹ ਸਿੱਧੀ ਹੋ ਜਾਂਦੀ ਹੈ। ਕਹਿਣ ਦਾ ਮਤਲਬ ਕਿ ਉਹ ਕਿਸੇ ਜਗ੍ਹਾ ਦੇ ਉੱਤੇ ਉਹਨਾਂ ਦੀ ਅੱਡੀ ਟਿਕਦੀ ਨਹੀਂ, ਕਦੀ ਇੱਧਰ ਕਦੀ ਇੱਧਰ, ਹਰ ਵੇਲੇ ਭੱਜੀ ਫਿਰਦੇ ਰਹਿੰਦੇ ਨੇ। ਦੂਜਾ ਉਹ ਹਰ ਇੱਕ ਦੀ ਨਿੰਦਿਆ ਕਰਦੇ ਨੇ, ਨਿੰਦਿਆ ਦੀ ਝੱਗ ਉਹਨਾਂ ਦੇ ਮੂੰਹ ਦੇ ਵਿੱਚੋਂ ਨਿਕਲਦੀ ਹੈ। ਕਦੀ ਵਡਿਆਈ ਵਾਲੀ ਗੱਲ ਨਹੀਂ, ਕਿਸੇ ਦੀ ਸੋਭਾ ਨਹੀਂ ਕਰਨਗੇ, ਨਿੰਦਿਆ ਹੀ ਕਰਨਗੇ। ਤੀਜਾ ਉਹ ਨਾਮ ਰੂਪੀ ਪਾਣੀ ਜਿਹੜਾ ਹੈ ਉਹ ਤੋਂ ਬੜੇ ਡਰਦੇ ਨੇ ਵੀ ਕਿਤੇ ਇਹ ਜਿਹੜਾ ਨਾਮ ਰੂਪੀ ਪਾਣੀ ਹੈ ਇਹ ਅਸੀਂ ਨਹੀਂ ਜਪਣਾ, ਇਹ ਤੋਂ ਬਹੁਤ ਡਰਦੇ ਨੇ। ਤੇ ਜਿਹੜੇ ਡਰਦੇ ਨੇ ਉਹਨਾਂ ਦਾ ਪਹਿਲਾ ਮਹਾਰਾਜ ਸੱਚੇ ਪਾਤਸ਼ਾਹ ਹਲਕੇ ਕੁੱਤੇ ਦੀ ਗੱਲ ਕਰਦੇ ਨੇ। ਚੌਥਾ ਕਹਿੰਦੇ ਕੀ ਹੁੰਦਾ ਵੀ ਇਹ ਜਿਹੜੇ ਉਹਦੀ ਸੰਗਤ ਦੇ ਵਿੱਚ ਆਣ ਕੇ ਬਹਿ ਜਾਂਦੇ ਨੇ, ਲੋਭੀ ਦੀ ਸੰਗਤ ਦੇ ਵਿੱਚ ਆਣ ਕੇ ਬਹਿ ਜਾਂਦੇ ਨੇ। ਲੋਭੀ ਕੁੱਤੇ ਦੇ ਬਰੋਬਰ ਮਹਾਰਾਜ ਨੇ ਆਖਿਆ ਹੈ। ਸੰਗਤ ਤੇ ਬਹਿ ਜਾਂਦੇ ਨੇ, ਉਹ ਵੀ ਲੋਭ ਦੇ ਨਾਲ ਹੀ ਰੰਗਿਆ ਜਾਂਦਾ ਹੈ, ਉਹਨੂੰ ਵੀ ਲੋਭ ਦਾ ਹੀ ਉਹ ਭੈੜਾ ਅਸਰ ਉਹਦੇ ਉੱਤੇ ਹੋ ਜਾਂਦਾ ਹੈ। ਕਾਮ ਕ੍ਰੋਧ ਮਦ ਵਿਆਪਿਆ ਫਿਰ ਜੋਨੀ ਪਾਏ। ਫਿਰ ਇਹ ਜਿਹੜੇ ਇਸ ਤਰ੍ਹਾਂ ਦੇ ਜੀਵ ਹੁੰਦੇ ਨੇ, ਇਹ ਕਾਮ ਵਾਸ਼ਨਾ ਦੇ ਵਿੱਚ ਫਸ ਜਾਂਦੇ ਨੇ। ਕ੍ਰੋਧ ਇਹਨਾਂ ਦੇ ਅੰਦਰ ਆਣ ਕੇ ਇਹਨਾਂ ਨੂੰ ਬੜਾ ਫਿਰ ਤੰਗ ਕਰਦਾ, ਵੱਡਾ ਰੋਗ ਬਣ ਜਾਂਦਾ। ਮਦ ਹੰਕਾਰ, ਮਦ ਸ਼ਰਾਬ ਨੂੰ ਵੀ ਆਖਿਆ ਹੈ, ਪਰ ਇਹ ਸ਼ਰਾਬ ਹੰਕਾਰ ਕਹੀ ਹੈ, ਨਸ਼ਾ ਕਿਸੇ ਚੀਜ਼ ਦਾ। ਕਿਸੇ ਨੂੰ ਦੌਲਤ ਦਾ ਨਸ਼ਾ ਹੈ, ਕਿਸੇ ਨੂੰ ਘਰ ਬਾਹਰ ਦਾ ਨਸ਼ਾ ਹੈ, ਕਿਸੇ ਨੂੰ ਕਿਸੇ ਹੋਰ ਚੀਜ਼ ਦਾ ਨਸ਼ਾ ਹੈ।
ਕੋਈ ਵੱਡਾ ਸ਼ਾਹੂਕਾਰ, ਉਸ ਨੂੰ ਆਪਣੀ ਜਿਹੜੀ ਸੰਪਤੀ ਹੈ ਉਹਦਾ ਨਸ਼ਾ ਹੈ। ਕੋਈ ਵੱਡਾ ਜ਼ਿਮੀਂਦਾਰ ਹੈ, ਉਹਨੂੰ ਆਪਣੀ ਜ਼ਮੀਨ ਦਾ ਨਸ਼ਾ ਹੈ। ਕਹਿੰਦੇ ਇਹ ਸਾਰੇ ਹੰਕਾਰ ਰੂਪੀ ਨੇ, ਜਿਹੜੇ ਵਿੱਚ ਜੋ ਲੋਕ ਇਹਦੇ ਵਿੱਚ ਸੁੱਤੇ ਪਏ ਜੀਵਨ ਬਤੀਤ ਕਰਦੇ ਨੇ, ਉਹ ਮੁੜ ਮੁੜ ਕੇ ਸੰਸਾਰ ਦੇ ਉੱਤੇ ਆਉਂਦੇ ਨੇ, ਦੁੱਖ ਪਾਉਂਦੇ ਨੇ, ਚਲੇ ਜਾਂਦੇ ਨੇ। ਮਾਇਆ ਜਾਲ ਪਸਾਰਿਆ ਪੀਤਰ ਜੋਗ ਬਣਾਏ। ਕਮਾਲ ਕਰ ਦਿੱਤੀ ਨਿਰੰਕਾਰ ਸੱਚੇ ਪਾਤਸ਼ਾਹ ਨੇ। ਜਿੱਥੇ ਕਾਮ ਕ੍ਰੋਧ ਮਦ ਵਿਆਪਿਆ ਫਿਰ ਜੋਨੀ ਪਾਏ। ਕਹਿੰਦੇ ਫਿਰ ਇਹ ਜਿਹੜੀ ਮਾਇਆ ਨਾ, ਇਹ ਉਹਦਾ ਜਿਹੜਾ ਜਾਲ ਹੈ, ਉਹਦੇ ਵਿੱਚ ਇਹ ਜਿਹੜੀਆਂ ਚੀਜ਼ਾਂ ਨੇ, ਜਿਹੜੀਆਂ ਚੀਜ਼ਾਂ ਸਾਨੂੰ ਦੁੱਖ ਦੇਣ ਵਾਲੀਆਂ ਨੇ, ਜਿਹੜੀਆਂ ਪ੍ਰਮਾਤਮਾ ਤੋਂ ਦੂਰ ਲੈ ਕੇ ਜਾਣ ਵਾਲੀਆਂ ਨੇ, ਕਹਿੰਦੇ ਇਹ ਮਾਇਆ ਨੇ ਜਾਲ ਵਿਛਾ ਕੇ ਉਹਦੇ ਵਿੱਚ ਇਹ ਚੋਕ ਬਣਾ ਕੇ ਟਿਕਾ ਦਿੱਤੇ। ਤ੍ਰਿਸ਼ਨਾ ਪੰਖੀ ਫਾਸਿਆ ਨਿਕਸ ਨ ਪਾਏ ਮਾਏ। ਵਾਹਿਗੁਰੂ 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 ਜੀ। ਜੀਵ ਤ੍ਰਿਸ਼ਨਾ ਪੰਖੀ, ਜਿਹੜੀ ਸਾਡੀ ਤ੍ਰਿਸ਼ਨਾ ਫਿਰ ਸਾਨੂੰ ਉਹ ਨਾ ਸਾਡੀ ਮੱਤ ਮਾਰ ਲੈਂਦੀ ਹੈ। ਉਹ ਫਿਰ ਜਿਹੜਾ ਪੰਖੀ, ਹੁਣ ਜੰਗਲ ਦੇ ਵਿੱਚ ਇੱਕ ਸ਼ਿਕਾਰੀ ਜਾਂਦਾ ਪੰਛੀਆਂ ਨੂੰ ਫੜਨ ਵਾਸਤੇ, ਉਹ ਚੋਗਾ ਰੱਖ ਕੇ ਜਾਲ ਵਿਛਾ ਦਿੰਦਾ। ਉਹ ਭੋਲੇ ਪੰਛੀ ਆਉਂਦੇ ਨੇ, ਉਹ ਆਣ ਕੇ ਉਹਦੇ ਵਿੱਚ ਫਸ ਜਾਂਦੇ ਨੇ। ਉਹ ਉਹਨਾਂ ਨੂੰ ਫੜ ਕੇ ਜੋ ਕਰਨਾ ਉਹ ਕਰਦਾ ਹੈ, ਇੱਥੇ ਤੱਕ ਮਾਰ ਵੀ ਮੁਕਾ ਦਿੰਦਾ, ਵੇਚ ਦਿੰਦਾ, ਪਿੰਜਰੇ 'ਚ ਪਾ ਕੇ ਕੈਦ ਕਰ ਦਿੰਦਾ। ਇਸੇ ਤਰ੍ਹਾਂ ਕਹਿੰਦੇ ਨੇ ਉਹ ਜਿਹੜੇ ਸੁਚੇਤ ਪੰਛੀ ਹੁੰਦੇ ਨੇ, ਉਹ ਵੀ ਉਹ ਚੋਗਾ ਖਾਣ ਨਹੀਂ ਆਉਂਦੇ। ਤੇ ਮਹਾਰਾਜ ਵੀ ਇੱਥੇ ਕਹਿੰਦੇ ਨੇ ਵੀ ਇਹ ਜਿਹੜੇ ਜੀਵ ਨੇ, ਮਨਮੁਖ ਜੀਵ ਜਿਹੜੇ ਨੇ, ਉਹ ਵੀ ਇਹ ਮਾਇਆ ਦੇ ਜਾਲ ਦੇ ਵਿੱਚ ਆ ਕੇ ਫਸ ਜਾਂਦੇ ਨੇ, ਔਰ ਫਸਿਆਂ ਦੇ ਉੱਤੇ ਜੀਵਨ ਉਹਨਾਂ ਦਾ ਸਮਾਪਤ ਹੋ ਜਾਂਦਾ, ਨਿਕਲ ਨਹੀਂ ਪਾਉਂਦੇ। ਜਿਨ ਕੀਤਾ ਤਿਸੇ ਨ ਜਾਣਈ ਫਿਰ ਆਵੇ ਜਾਏ। ਜਿਸ ਨਿਰੰਕਾਰ ਸੱਚੇ ਪਾਤਸ਼ਾਹ ਨੇ ਇਸ ਜੀਵ ਨੂੰ ਪੈਦਾ ਕੀਤਾ, ਵਿੱਚ ਜਿੰਦ ਟਿਕਾਈ, ਖਾਣ ਪੀਣ ਪਹਿਨਣ ਵਾਸਤੇ ਹਰ ਇੱਕ ਚੀਜ਼ ਦਿੱਤੀ, ਉਸ ਨੂੰ ਇਹਨੇ ਪਹਿਚਾਣਿਆ ਨਹੀਂ। ਇਹ ਮੁੜ ਮੁੜ ਕੇ ਜੰਮਦਾ ਤੇ ਮਰਦਾ, ਦੁੱਖ ਪਾਉਂਦਾ, ਦੁੱਖ ਭਾਉ ਕੇ ਦੁੱਖਾਂ ਦੇ ਵਿੱਚ ਹੀ ਮੁੜ ਕੇ ਸਮਾ ਜਾਂਦਾ ਹੈ। ਅਨੇਕ ਪ੍ਰਕਾਰੀ ਮੋਹਿਆ ਬਹੁ ਵਿਦੇ ਸੰਸਾਰ। ਇਹ ਸੰਸਾਰ ਨੂੰ ਮਾਇਆ ਨੇ ਅਨੇਕਾਂ ਰੂਪਾਂ ਦੇ ਵਿੱਚ ਮੋਹਿਆ ਹੋਇਆ ਹੈ, ਫਸਾਇਆ ਹੋਇਆ ਹੈ। ਜਿਸਨੋ ਰੱਖੈ ਸੋ ਰਹੈ ਸਮਰਥ ਪੁਰਖ ਅਪਾਰ। ਜਿਨ੍ਹਾਂ ਤੇ ਨਿਰੰਕਾਰ ਕਿਰਪਾ ਕਰ ਦਿੰਦੇ ਨੇ, ਜਿਹੜੇ ਇਹ ਗੂੜੀ ਨੀਂਦ ਦੇ ਵਿੱਚੋਂ ਜਾਗ ਪੈਂਦੇ ਨੇ। ਮਹਾਰਾਜ ਸੱਚੇ ਪਾਤਸ਼ਾਹ ਸਮਰੱਥ ਗੁਰੂ ਸਿਰ ਹੱਥ ਧਰਿਓ, ਨਿਰੰਕਾਰ ਆਪਣਾ ਹੱਥ ਦੇ ਕੇ ਉਸ ਨੂੰ ਬਚਾ ਲੈਂਦੇ ਹਨ। ਹਰ ਜਨ ਹਰ ਲਿਵੇ ਉਦਰੇ ਨਾਨਕ ਸਦ ਬਲਿਹਾਰ। ਹਰੀ ਦੇ ਜਨ, ਹਰੀ ਦੇ ਪਿਆਰੇ, ਹਰੀ ਦੇ ਪ੍ਰੀਤਮ ਦੇ ਸੇਵਕ, ਉਹ ਹਰ ਵੇਲੇ ਨਿਰੰਕਾਰ ਦੇ ਚਰਨਾਂ ਦੇ ਵਿੱਚ ਆਣ ਕੇ ਟਿਕ ਕੇ ਨਾਮ ਦੇ ਨਾਲ ਜੁੜੇ ਰਹਿੰਦੇ ਨੇ। ਉਹਨਾਂ ਦੀ ਲਿਵ, ਉਹਨਾਂ ਦੀ ਸੁਰਤੀ ਸਤਿਗੁਰ ਦੇ ਸ਼ਬਦ ਦੇ ਵਿੱਚ ਟਿਕੀ ਹੁੰਦੀ ਹੈ। ਨਾਨਕ ਨਿਰੰਕਾਰ ਸੱਚੇ ਪਾਤਸ਼ਾਹ ਮਿਹਰਬਾਨ ਦਿਆਲੂ ਕਿਰਪਾਲੂ ਕਹਿੰਦੇ ਨੇ, ਮੈਂ ਉਹਨਾਂ ਤੋਂ ਬਲਿਹਾਰੇ ਜਾਵਾਂ। ਸ੍ਰੀ ਰਾਗ ਮਹਿਲਾ ਪੰਜਵਾਂ ਕਰ ਦੂਜਾ। ਗੋਇਲ ਆਇਆ ਗੋਇਲੀ ਕਿਆ ਤਿਸ ਡੰਫ ਪਸਾਰ। ਜਿੱਥੇ ਹੁਣ ਨਿਰੰਕਾਰ ਸੱਚੇ ਪਾਤਸ਼ਾਹ ਨੇ ਸਾਨੂੰ ਉਹ ਪ੍ਰੀਤਮ ਤੇ ਮਨਮੁਖਾਂ ਦਾ ਗਿਆਨ ਦਿੱਤਾ, ਤੇ ਜਿਹੜੇ ਫਿਰ ਉਹ ਨਿਰੰਕਾਰ ਦੇ ਜਨ ਬਣ ਗਏ, ਉਹਨਾਂ ਦੇ ਉੱਤੋਂ ਨਿਰੰਕਾਰ ਕਹਿੰਦੇ ਨੇ ਕਿ ਮੈਂ ਬਲਿਹਾਰ ਜਾਂਦਾ ਹਾਂ, ਕੁਰਬਾਨ ਜਾਂਦਾ ਹਾਂ, ਉਹਨਾਂ ਨੂੰ ਮੈਂ ਹਰ ਤਰ੍ਹਾਂ ਦਾ ਪਿਆਰ ਸਤਿਕਾਰ ਦਿੰਦਾ ਹਾਂ। ਹੁਣ ਗਾਂਹਲੇ ਸ਼ਬਦ ਦੇ ਵਿੱਚ ਨਿਰੰਕਾਰ ਪੰਚਮ ਪਾਤਸ਼ਾਹ ਜੀ ਮਿਹਰ ਕਰਦੇ ਨੇ। ਇਹ ਸ਼ਬਦ ਦੇ ਰਾਹੀਂ ਸੰਸਾਰ ਦੇ ਉੱਤੇ ਆਏ ਹੋਏ ਜੀਵ ਨੂੰ ਸਮਝਾਉਂਦੇ ਨੇ ਕਿ ਤੇਰਾ ਅੰਤ ਦਾ ਸਮਾਂ ਕਿਸ ਰੂਪ ਦੇ ਵਿੱਚ ਆਉਣਾ। ਖਿਆਲ ਕਰ ਤੂੰ ਹੈ ਕੌਣ। ਸੰਸਾਰੀ ਜੀਵ ਨੂੰ ਉਹਦੀ ਪਹਿਚਾਣ ਮਹਾਰਾਜ ਸੱਚੇ ਪਾਤਸ਼ਾਹ ਜੀ ਕਿਰਪਾ ਕਰਕੇ ਦੱਸਦੇ ਨੇ। ਕਾਰਨ ਇਹ ਹੁੰਦਾ, ਗੋਇਲ ਕਹਿੰਦੇ ਨੇ ਉਹਨੂੰ, ਜਿਹੜਾ ਕਿ ਗਾਵਾਂ ਜਾਂ ਮੱਝਾਂ ਨੂੰ ਜਾਂ ਪਸ਼ੂਆਂ ਨੂੰ ਚਾਰਨ ਵਾਲਾ ਹੁੰਦਾ। ਉਹ ਜਿਹੜਾ ਹੁੰਦਾ ਗੋਇਲ, ਜਾਂ ਜਾਣੀ ਕਿ ਜਿਹੜਾ ਚਰਵਾਹਾ ਹੁੰਦਾ, ਉਹ ਭਾਈ ਦੇਖਦਾ ਕਿ ਅੱਜ ਇਹ ਧਰਤੀ ਦੇ ਉੱਤੇ ਜਾਂ ਇਹ ਪਾਸੇ ਦੇ ਵਿੱਚ ਮੀਂਹ ਨਹੀਂ ਪਿਆ, ਇੱਥੇ ਘਾਹ ਨਹੀਂ ਹੈ, ਉਹ ਤਿਣਕਾ ਨਹੀਂ ਜਿਹੜਾ ਇਹਨਾਂ ਜਾਨਵਰਾਂ ਨੇ ਚੁਗਣਾ ਹੈ, ਉਹ ਵੀ ਉਹ ਜਗ੍ਹਾ ਨੂੰ ਛੱਡ ਕੇ ਦੂਜੀ ਜਗ੍ਹਾ ਦੇ ਉੱਤੇ ਚਲੇ ਜਾਂਦਾ ਹੈ। ਕਿੱਥੇ ਜਾਂਦਾ? ਜਿੱਥੇ ਘਾਹ ਹੁੰਦਾ ਹੈ, ਜਿੱਥੇ ਉਸ ਨੂੰ ਪਤਾ ਹੁੰਦਾ ਵੀ ਇਹਨਾਂ ਦਾ ਖਾਣਾ ਇੱਥੇ ਹੈ। ਇੱਥੇ ਚਰਵਾਹਾ ਆਪਣੇ ਪਸ਼ੂਆਂ ਨੂੰ ਚਰਾਉਣ ਵਾਸਤੇ ਲੈ ਕੇ ਚਲੇ ਜਾਂਦਾ ਹੈ। ਸੋ ਇਸੇ ਤਰ੍ਹਾਂ ਮਹਾਰਾਜ ਸੱਚੇ ਪਾਤਸ਼ਾਹ ਜੀ ਸਾਨੂੰ ਕਿਰਪਾ ਕਰਕੇ ਦੱਸ ਦਿੰਦੇ ਨੇ ਕਿ ਗੋਇਲ ਆਇਆ ਗੋਇਲੀ ਕਿਆ ਤਿਸ ਡੰਫ ਫਸਾਰ। ਹੁਣ ਉਹ ਜਿਹੜਾ ਜੀਵ ਹੈ, ਜਿਹੜਾ ਚਰਵਾਹਾ ਹੈ, ਪਸ਼ੂਆਂ ਨੂੰ ਲੈ ਕੇ ਜਾਂਦਾ, ਹੁਣ ਉੱਥੇ ਪੱਕਾ ਘਰ-ਬਾਰ ਨਹੀਂ ਬਣਾ ਲੈਂਦਾ, ਉੱਥੇ ਪੱਕਾ ਟਿਕਾ ਨਹੀਂ ਆਪਣਾ ਰੱਖ ਲੈਂਦਾ, ਕਿਉਂਕਿ ਉਹਨੂੰ ਪਤਾ ਹੁੰਦਾ ਵੀ ਇੱਥੇ ਵੀ ਇਹ ਘਾਹ ਫੂਸ ਸਾਰਾ ਖਤਮ ਹੋ ਜਾਣਾ, ਉਹਨੇ ਉੱਠ ਕੇ ਦੂਸਰੀ ਜਗ੍ਹਾ ਤੇ ਚਲੇ ਹੀ ਜਾਣਾ ਹੈ।
ਸੋ ਇਸ ਕਾਰਨ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਜਿੱਦਾਂ ਉਹ ਸੁਚੇਤ ਹੋ ਕੇ ਕੋਈ ਪੱਕਾ ਸਥਾਨ ਆਪਣਾ ਉੱਥੇ ਨਹੀਂ ਬਣਾਉਂਦਾ। ਮੋਹਲਤ ਪੁੰਨੀ ਚੱਲਣਾ ਤੂੰ ਸੰਭਲ ਕਰ ਬਾਰ। ਇਸ ਕਰਕੇ ਉਹਨੂੰ ਪਤਾ ਹੁੰਦਾ ਕਿ ਥੋੜੇ ਸਮੇਂ ਵਾਸਤੇ ਮੈਂ ਇੱਥੇ ਟਿਕਿਆ ਹੋਇਆ ਹਾਂ, ਪਰ ਮੈਂ ਇਥੋਂ ਚਲੇ ਹੀ ਜਾਣਾ। ਇਸ ਕਰਕੇ ਉਹ ਉੱਥੇ ਕਿਸੇ ਤਰ੍ਹਾਂ ਦਾ ਰਹਿਣ ਬਸੇਰਾ ਪੱਕਾ ਨਹੀਂ ਬਣਾਉਂਦਾ। ਤੇ ਮਾਲਕ ਇਹਦੇ ਸ਼ਬਦ ਵਿੱਚ ਜੀਵ ਨੂੰ ਇਹ ਦੱਸਦੇ ਨੇ, ਇਹ ਸੰਸਾਰ ਜਿਹੜਾ ਹੈ ਇੱਥੇ ਵੀ ਤੂੰ 4 ਦਿਨ ਦਾ ਪਹਿਰੋਣਾ ਆਇਆ ਹੈ, ਤੈਂ ਇੱਥੋਂ ਉੱਠ ਕੇ ਚਲੇ ਜਾਣਾ। ਜਿਹੜੇ ਤੂੰ ਵੱਡੇ ਵੱਡੇ ਮਕਾਨ ਬਣਾ ਰਿਹਾ, ਵੱਡੀਆਂ ਵੱਡੀਆਂ ਚੀਜ਼ਾਂ ਇਕੱਠੀਆਂ ਕਰ ਰਿਹਾ ਹੈ, ਹੋਰ ਵਸਤੂਆਂ ਦੇ ਨਾਲ ਪਿਆਰ ਪਾ ਰਿਹਾ, ਇਹ ਸਾਰੀਆਂ ਝੂਠ ਨੇ, ਮਿੱਥ ਨੇ, ਮਿੱਟੀ ਨੇ। ਹਰ ਗੁਣ ਗਾਓ ਮਨਾ ਸਤਿਗੁਰ ਸੇਵ ਪਿਆਰ। ਪਰ ਤੂੰ ਆਪਣੇ ਅਸਲੀ ਘਰ ਨੂੰ ਯਾਦ ਰੱਖੀ ਹਰ ਵੇਲੇ। ਜਦੋਂ ਤੈਨੂੰ ਉਹ ਘਰ ਚਿੱਤੇ ਆ ਗਿਆ ਨਾ ਕਿ ਤੈਂ ਇੱਥੋਂ ਇੱਕ ਦਿਨ ਉੱਠ ਕੇ ਚਲੇ ਜਾਣਾ, ਤਾਂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਫੇਰ ਤੂੰ ਉਹ ਜਿਹੜੇ ਪੱਕੇ ਘਰ ਦੇ ਵਿੱਚ ਜਾ ਕੇ ਬਹਿਣਾ। ਉਹ ਕਿੱਦਾਂ ਬਹਿਣਾ? ਕਹਿੰਦੇ ਹਰ ਗੁਣ ਗਾਓ ਮਨਾ। ਇਹ ਮੇਰੇ ਮਨਾ ਪ੍ਰੀਤਮ ਸੱਚੇ ਪਾਤਸ਼ਾਹ ਦੇ ਗੁਣ ਗਾ, ਪ੍ਰੀਤਮ ਦੇ ਸਤਿਗੁਰ ਦੀ ਸਿਫਤ ਸਲਾਹ ਕਰ, ਤੇ ਸਤਿਗੁਰ ਸੱਚੇ ਦੇ ਨਾਲ ਅਟੁੱਟ ਪ੍ਰੇਮ ਪਾਲਾ। ਕਿਆ ਥੋੜੜੀ ਬਾਤ ਗੁਮਾਨ। ਉਹ 4 ਛਿਲੜ ਇਕੱਠੇ ਕਰਕੇ ਹੰਕਾਰ ਕਾਂਡਿਆ ਆ, ਮਾਣ ਕਾਂਡਿਆ ਆ ਕਿ ਮੈਂ ਬਣਾ ਲਿਆ, ਨਿੱਕਾ ਜਿਹਾ ਘਰ ਬਣਾ ਲਿਆ, ਜਾਂ ਕੋਈ ਹੋਰ ਵਸਤੂ 2-4 ਬਣ ਇਕੱਠੀਆਂ ਕਰ ਲਈਆਂ, ਇਹਨਾਂ ਦੇ ਉੱਤੇ ਹੰਕਾਰ ਕਰਕੇ ਤੁਰਿਆ ਫਿਰਦਾ ਹੈ। ਰਹਾਓ ਜੈਸੇ ਰਹਿਣ ਪਰਾਉਣੇ ਉੱਠ ਚੱਲ ਸੇ ਪਰਪਾਤ। ਕਹਿੰਦੇ ਤੂੰ ਸੰਸਾਰ ਦੇ ਉੱਤੇ ਪ੍ਰਾਹੁਣਾ ਬਣ ਕੇ ਆਇਆ ਹਾਂ, ਜਿੱਦਾਂ ਹੁਣ ਪ੍ਰਾਹੁਣੇ ਜੈਸੇ ਰਹਿਣ ਪਰਾਉਣ ਕੇ ਕਿਸੇ ਆਪਾਂ ਸਰਾਂ ਦੇ ਵਿੱਚ ਜਾਂਦੇ ਹਾਂ। ਹੁਣ ਉੱਥੇ ਜਾ ਕੇ ਆਪਾਂ ਰਾਤ ਕੱਟਣੀ ਹੁੰਦੀ, 1 ਰਾਤ ਜਾਂ 2 ਕੱਟਣੀਆਂ ਹੁੰਦੀਆਂ ਨੇ, ਜਾਂ ਜਿੰਨਾ ਵੀ ਸਮਾਂ, ਵੱਧ ਤੋਂ ਵੱਧ ਆਪਾਂ ਹਫ਼ਤਾ ਕੱਟ ਲਾਂਗੇ ਉੱਤੇ। ਹੁਣ ਉੱਥੋਂ ਵੀ ਚੱਲਣਾ ਤਾਂ ਪੈਣਾ ਹੀ ਆ, ਪਰ ਇੱਥੇ ਮਾਲਕ ਇੱਕ ਦਿਨ ਦੀ ਗੱਲ ਕਰਦੇ ਨੇ ਸਿਰਫ। ਕਹਿੰਦੇ ਤੂੰ ਸਰਾਂ ਦੇ ਵਿੱਚ ਆਇਆ, ਹਨੇਰੇ ਰਹਿਣ ਰਾਤ ਨੂੰ ਤੂੰ ਆਇਆ, ਪਰ ਉੱਠ ਕੇ ਤਾਂ ਸਵੇਰ ਨੂੰ ਚਲੇ ਜਾਣਾ ਇੱਥੋਂ। ਇਹ ਜਿਹੜੀ ਸਰਾਂ ਆ, ਹੁਣ ਇਹਨੂੰ ਆਪਣਾ ਹੀ ਜੱਦੀ ਜਾਇਦਾਦ ਨਾ ਸਮਝ ਬੈਠੀ ਵੀ ਮੈਂ ਪਤਾ ਨਹੀਂ ਇੱਥੇ ਪੱਕਾ ਟਿਕਿਆ ਰਹਿਣਾ। ਹੁਣ ਜਿੱਦਾਂ ਹੋਟਲ ਨੇ, ਹੋਟਲ ਆਪਾਂ ਪਹਿਲਾਂ ਪੈਸੇ ਦਿੰਦੇ ਆ ਤੇ ਉਹਨਾਂ ਨੂੰ ਬੁੱਕ ਕਰਦੇ, ਭਾਈ ਅਸੀਂ 2 ਦਿਨ ਰਹਿਣਾ, 4 ਦਿਨ ਰਹਿਣਾ, ਜਾਂ 2 ਹਫ਼ਤੇ ਰਹਿਣਾ। ਆ ਬੜੀ ਜਨਤਾ ਹੌਲੀਡੇ ਉੱਤੇ ਜਾਂਦੀ ਆ, ਉਹ ਹੌਲੀਡੇ ਦਾ ਵੀ ਸਮਾਂ ਮਿਥਿਆ ਹੁੰਦਾ ਨਾ, ਉਹ ਤੋਂ ਮੁੜ ਕੇ ਫਿਰ ਆਪਾਂ ਆਪਣੇ ਘਰ ਆ ਜਾਂਦੇ ਆ ਵਾਪਸ। ਤੇ ਇਸੇ ਤਰ੍ਹਾਂ ਮਾਲਕ ਕਹਿੰਦੇ ਨੇ ਕਿ ਤੂੰ ਆਪਣੇ ਆਪ ਨੂੰ ਇਹ ਸਮਝ, ਤੂੰ ਇੱਕ ਸਰਾਂ ਦੇ ਵਿੱਚ ਰਾਤ ਕੱਟਣ ਵਾਸਤੇ ਆਇਆ, ਸਵੇਰੇ ਉੱਠ ਕੇ ਤੁਰ ਜਾਣਾ। ਕਿਆ ਤੂੰ ਰਤਾ ਗਿਰ ਸਤ ਸਿਓ ਸਭ ਫੁੱਲਾਂ ਕੀ ਬਾਗਾਤ। ਤੂੰ ਇਹ ਸੰਸਾਰ ਗ੍ਰਸਤ ਗਿਰਸਤ ਕਹਿੰਦੇ ਨੇ ਕਿ ਜਿੱਥੇ ਫੁੱਲਾਂ ਦੀ ਬਗੀਚੀ ਹੁੰਦੀ ਹੈ। ਕਹਿੰਦੇ ਕਿਉਂ ਤੂੰ ਇਹਦੇ ਨਾਲ ਤੂੰ ਜੁੜ ਕੇ ਬੈਠਾ, ਕਿਉਂ ਇਹਦੇ ਉੱਤੇ ਮਾਣ ਕਰਕੇ ਬੈਠਾ? ਕਿਉਂ ਇਹ ਤਾਂ ਸਾਰੀ ਸੰਸਾਰ ਵੀ ਫੁੱਲਾਂ ਦੀ ਹੀ ਬਗਾਤ ਹੈ। ਕਿਉਂ ਫੁੱਲ ਇੱਕ ਜਗ੍ਹਾ ਦੇ ਉੱਤੇ ਬਗੀਚੇ ਲੱਗੇ ਹੁੰਦੇ ਨੇ, ਬਗੀਚਿਆਂ ਦੇ ਵਿੱਚ ਫੁੱਲ ਖਿੜਦੇ ਨੇ, ਉਹਨਾਂ ਦਾ ਸਮਾਂ ਹੁੰਦਾ ਭਾਈ, ਪਰ ਸਮੇਂ ਤੋਂ ਬਾਅਦ ਉਹ ਫੁੱਲ ਨੇ ਮੁਰਝਾ ਜਾਣਾ। ਉਹ ਕਹਿੰਦੇ ਇਸ ਕਰਕੇ ਮਾਣ ਨਾ ਕਰ, ਇੱਥੇ ਤੂੰ ਵੀ ਇੱਕ ਫੁੱਲ ਦੀ ਨਿਆਈ ਹੈ, ਸੰਸਾਰ ਦੇ ਉੱਤੇ ਆਇਆ। ਇੱਕ ਦਿਨ ਤੈਂ ਇੱਥੋਂ ਉੱਠ ਕੇ ਚਲੇ ਜਾਣਾ, ਇੱਕ ਦਿਨ ਤੇਰਾ ਸਮਾਂ ਖਤਮ ਹੋ ਜਾਣਾ, ਇੱਕ ਦਿਨ ਤੂੰ ਇਸ ਤੋਂ ਜਗ੍ਹਾ ਤੋਂ ਪਰਲੋਕ ਨੂੰ ਕੂਚ ਕਰਨਾ ਹੀ ਕਰਨਾ ਹੈ। ਮੇਰੀ ਮੇਰੀ ਕਿਆ ਕਰੇ ਜਿਨ ਦੀਆ ਸੋ ਪ੍ਰਭ ਲੋੜ। ਕਾਤੇ ਤੂੰ ਸੰਸਾਰ ਦੇ ਉੱਤੇ ਆਣ ਕੇ ਜੱਫੀਆਂ ਪਾ ਪਾ ਕੇ ਮੇਰੀ ਮੇਰੀ ਕਰ ਰਿਹਾ, ਆ ਵੀ ਮੇਰਾ, ਆ ਵੀ ਮੇਰਾ। ਕਹਿੰਦਾ ਜੇ ਅਕਾਲ ਪੁਰਖ ਨੇ ਤੈਨੂੰ ਦਿੱਤਾ ਉਹਨੂੰ ਚੇਤੇ ਕਰ, ਉਹਦਾ ਸ਼ੁਕਰਾਨਾ ਕਰ ਕਿ ਤੂੰ ਵੱਡੇ ਭਾਗਾਂ ਵਾਲਾ, ਤੈਨੂੰ ਇਹ ਚੀਜ਼ਾਂ ਦੇ ਦਿੱਤੀਆਂ। ਇਸ ਕਰਕੇ ਇਹਨਾਂ ਤੇ ਮਾਣ ਨਾ ਕਰ, ਉਸ ਨਿਰੰਕਾਰ ਸੱਚੇ ਪਾਤਸ਼ਾਹ ਨੂੰ ਲੋੜ, ਉਹਦਾ ਚਾਹਣਾ ਕਰ, ਉਹਦੇ ਚਰਨਾਂ 'ਚ ਆਣ ਕੇ ਡਿੱਗ ਪਾ, ਜਿਹਦਾ ਤੇਰਾ ਪੱਕਾ ਘਰ ਜਿਹਦੇ ਚਰਨਾਂ 'ਚ ਬਣਨਾ ਹੈ। ਸਰ ਪਰ ਉੱਠੀ ਚੱਲਣਾ ਛੱਡ ਜਾਸੀ ਲੱਖ ਕਰੋੜ। ਕਹਿੰਦੇ ਇਹ ਸਰ ਪਰ ਕਹਿੰਦੇ ਨੇ ਜ਼ਰੂਰ, ਮੈਂ ਮਹਾਰਾਜ ਕਹਿੰਦੇ ਕਿ ਜ਼ਰੂਰ ਤੈਂ ਇੱਕ ਦਿਨ ਇੱਥੋਂ ਚਲੇ ਜਾਣਾ ਹੈ, ਤਾਂ ਇੱਥੇ ਲੱਖਾਂ ਕਰੋੜਾਂ ਛੱਡ ਕੇ ਚਲੇ ਜਾਣੇ ਨੇ। ਹੁਣ ਦੇਖੋ ਭਾਈ, ਕੋਈ ਜੀਵ ਬੜਾ ਸ਼ਾਹੂਕਾਰ ਇਦੋਂ ਸੰਸਾਰ ਦੇ ਉੱਤੇ ਹੋਵੇ, ਅੰਤ ਦਾ ਸਮਾਂ ਆ ਗਿਆ, ਚਾਹੇ ਉਹ ਵੱਡੇ ਪਲੰਘ ਤੇ ਪਿਆ, ਚਾਹੇ ਬਾਹਰ ਮੰਜੀ ਤੇ ਪਿਆ, ਚਾਹੇ ਜ਼ਮੀਨ ਤੇ ਪਿਆ, ਕੀ ਪਤਾ ਕਿਆ ਜਾਣਾ ਕਿਵੇਂ ਮਰੇਗੇ, ਕੈਸਾ ਮਰਨਾ ਹੋਏ। ਉਹ ਫਿਰ ਜਿੱਥੇ ਆ ਪਿਆ ਹੁੰਦਾ, ਉੱਥੇ ਜਿਸਲੇ ਉਹਦੇ ਪ੍ਰਾਣ ਨਿਕਲ ਜਾਂਦੇ ਨੇ, ਉਹ ਬਣ ਜਾਂਦਾ ਮਿੱਟੀ।
ਤੇ ਕਈ ਵਾਰ ਘਰਾਂ ਦੇ ਵਿੱਚ ਲੜਾਈਆਂ ਪੈ ਜਾਂਦੀਆਂ ਨੇ। ਬਸ ਉਸੇ ਵੇਲੇ ਜਦੋਂ ਮਿੱਟੀ ਬਣਿਆ ਤੇ ਉਹ ਜਿਹੜੇ ਲੱਖ ਕਰੋੜ ਉਹਨੇ ਇਕੱਠੇ ਕੀਤੇ ਸੀ, ਉਹਨਾਂ ਨੇ ਐਸਾ ਫਸਾਦ ਪਾ ਦਿੱਤਾ। ਕੋਈ ਇੱਧਰ ਨੂੰ ਕਹਿੰਦਾ ਮੈਨੂੰ ਆਹ ਚਾਹੀਦਾ, ਕੋਈ ਕਹਿੰਦਾ ਇੰਨਾ ਮੈਨੂੰ ਚਾਹੀਦਾ, ਪਰ ਫਿਰ ਉਹਨੂੰ ਤਾਂ ਪਤਾ ਨਹੀਂ ਲੱਗਦਾ ਨਾ ਵੀ ਇਹ ਕੀ ਹੋ ਰਿਹਾ। ਤੇ ਮਾਲਕ ਕਹਿੰਦੇ ਨੇ ਜਿਹੜੇ ਲੱਖਾਂ ਕਰੋੜਾਂ ਤੈਂ ਇਕੱਠੇ ਕੀਤੇ ਸੀ, ਜੇ ਵੇਲੇ ਤੇਰੇ ਅੰਦਰੋਂ ਉਹ ਪੁਰਾਣ ਪੰਖੇਰੂ ਹੋਗਾ ਭਾਈ, ਇਹ ਵੀ ਤੇਰਾ ਸਾਥ ਛੱਡ ਕੇ ਚਲੇ ਗਏ। 184 ਪਰਮਤਿਆਂ ਦੁਲਭ ਜਨਮ ਪਾਇਓ। ਉਹ ਸੁਚੇਤ ਹੋ, ਮਾਲਕ ਕਹਿੰਦੇ ਨੇ ਬਾਰ-ਬਾਰ ਭਾਈ ਸਾਨੂੰ ਮਹਾਰਾਜ ਸੱਚੇ ਪਾਤਸ਼ਾਹ ਜਗਾਉਂਦੇ ਨੇ, ਕਹਿੰਦੇ ਉਹ ਜਾਗ ਪਾਓ, ਇਹ ਮਨਾ ਜਾਗ ਪਾ, ਕਾਹਤੇ ਤੂੰ ਸੁੱਤਾ ਫਿਰਨ ਡਿਆ। 84 ਲੱਖ ਜੂਨ ਦੇ ਵਿੱਚ ਹੀ ਹੋ ਕੇ ਤੂੰ ਆਇਆ, ਪਤਾ ਨਹੀਂ ਕਿੰਨੇ ਵੱਖਰੇ ਵੱਖਰੇ ਕੀੜੇ ਤੋਂ ਬਣਿਆ, ਕਿੰਨੇ ਵੱਖਰੇ ਵੱਖਰੇ ਸੱਪ ਤੋਂ ਬਣਿਆ, ਕਿੰਨੇ ਕਿੰਨੇ ਵੱਖਰੇ ਵੱਖਰੇ ਤੂੰ ਰੂਪ ਸੂਰ ਗਧਿਆਂ ਦੇ ਬਣੇ, ਪਤਾ ਨਹੀਂ ਕਿੰਨੀਆਂ ਭੈੜੀਆਂ ਭੈੜੀਆਂ ਜੂਨਾਂ ਦੇ ਵਿੱਚੋਂ ਹੋਇਆ। ਕਹਿੰਦੇ ਓਏ ਭਾਗਾਂ ਵਾਲਾ ਸਮਝ ਇੱਥੇ ਆਣ ਕੇ ਤੈਨੂੰ ਆਹ ਮਨੁੱਖਾ ਦੇਹੀ ਪ੍ਰਾਪਤ ਹੋਈ ਹੈ। ਨਾਨਕ ਨਾਮ ਸਮਾਲ ਤੂੰ ਸੋ ਦਿਨ ਨੇੜਾ ਆਇਓ। ਨਿਰੰਕਾਰ ਸੱਚੇ ਪਾਤਸ਼ਾਹ ਕਹਿੰਦੇ ਨੇ ਹੁਣ ਤਾਂ ਸੁਚੇਤ ਹੋ ਜਾ, ਇਹ ਨਿਰੰਕਾਰ ਵਾਹਿਗੁਰੂ ਦੇ ਨਾਮ ਨੂੰ ਸੰਭਾਲ ਲਾ, ਸੰਭਾਲ ਇਸ ਨਾਮ ਦਾ ਧਨ ਨੂੰ ਇਕੱਠਾ ਕਰ ਲਾ, ਕਿਉਂਕਿ ਉਹ ਦਿਨ ਨੇੜੇ ਆ ਰਿਹਾ ਹੈ। ਪਿਛਲੀ ਵਾਰ ਮੈਂ ਬੇਨਤੀ ਕੀਤੀ ਸੀ ਨਾ ਵੀ ਇੱਕ ਧਰਮਾਤਮਾ ਦੇ ਕੋਲ ਬੱਚਾ ਚਲੇ ਗਿਆ ਤੇ ਧਰਮਾਤਮਾ ਨੂੰ ਆਖਣ ਲੱਗਾ ਕਿ ਮਹਾਰਾਜ ਵੀ ਸਭ ਤੋਂ ਖੁਸ਼ੀਆਂ ਭਰਾ ਦਿਨ ਕਿਹੜਾ ਹੋਣਾ ਚਾਹੀਦਾ। ਮੈਂ ਤਾਂ ਦੁਬਾਰਾ ਚੇਤਾ ਕਰਾਉਣ ਲੱਗਿਆ ਆਪ ਜੀ ਨੂੰ, ਇੱਕ ਇਹ ਛੋਟੀ ਜਿਹੀ ਨਿੱਕੀ ਜਿਹੀ ਸਾਖੀ ਦੇ ਨਾਲ, ਕਿ ਸਾਨੂੰ ਸੁਚੇਤ ਹੋ ਜਾਈਏ, ਅਸੀਂ ਵੀ ਜਾਗ ਪਈਏ। ਪਹਿਲਾ ਮਰਨ ਕਬੂਲ, ਸਾਨੂੰ ਪਹਿਲਾਂ ਮੌਤ ਦਾ ਗਿਆਨ ਹੋਣਾ ਚਾਹੀਦਾ। ਤੇ ਸਤਿਗੁਰ ਸੱਚੇ ਪਾਤਸ਼ਾਹ ਵੀ ਕਹਿੰਦੇ ਨੇ ਵੀ ਜਿਸ ਲਈ ਉਹ ਧਰਮਾਤਮਾ ਦੇ ਕੋਲ ਬੱਚਾ ਚਲ ਗਿਆ ਤੇ ਆਖਣ ਲੱਗਾ ਵੀ ਕਿਹੜਾ ਦਿਨ ਸਭ ਤੋਂ ਜ਼ਿਆਦਾ ਭਾਗਾਂ ਵਾਲਾ ਹੋਣਾ ਚਾਹੀਦਾ। ਉਹ ਆਖਣ ਲੱਗਾ ਜ਼ਿੰਦਗੀ ਦਾ ਅਖੀਰਲਾ ਦਿਨ। ਜਿਸ ਲਈ ਧਰਮਾਤਮਾ ਨੇ ਬਚਨ ਆਖਿਆ ਤੇ ਉਹ ਜਿਹੜਾ ਪੁੱਛਣ ਵਾਲਾ ਸੀ ਉਹ ਆਖਣ ਲੱਗਾ ਵੀ ਜ਼ਿੰਦਗੀ ਦਾ ਅਖੀਰਲੇ ਦਿਨ ਦਾ ਤਾਂ ਕਿਸੇ ਨੂੰ ਗਿਆਨ ਹੀ ਨਹੀਂ। ਤੇ ਧਰਮਾਤਮਾ ਹੱਸ ਕੇ ਆਖਣ ਲੱਗਾ ਵੀ ਹਰ ਦਿਨ ਨੂੰ ਜ਼ਿੰਦਗੀ ਦਾ ਅਖੀਰਲਾ ਦਿਨ ਜਾਣ। ਤਾਂ ਮਾਲਕ ਇੱਥੇ ਕਹਿੰਦੇ ਨੇ ਵੀ ਨਾਮ ਨੂੰ ਸੰਭਾਲ ਕੇ ਰੱਖ, ਨਾਮ ਤੁਹਾਨੂੰ ਹੋਰ ਇਕੱਠਾ ਕਰੀ ਜਾ, ਹੋਰ ਇਕੱਠੀ ਕਰੀ ਜਾ, ਸੁਚੇਤ ਹੋ। ਉਹ ਦਿਨ ਬਹੁਤ ਨੇੜੇ ਆ ਰਿਹਾ ਜਿੱਦਣ ਤੈਂ ਇਸ ਸੰਸਾਰ ਤੋਂ ਪਰਲੋਕ ਨੂੰ ਚਲੇ ਜਾਣਾ ਹੈ, ਤੈਂ ਮਰ ਜਾਣਾ ਹੈ। ਤੈਨੂੰ ਪਤਾ ਨਹੀਂ ਕਿਹੜੀ ਜਗ੍ਹਾ ਦੇ ਉੱਤੇ ਤੈਨੂੰ ਕਿਸ ਰੂਪ ਦੇ ਵਿੱਚ ਤੇਰੀ ਇਹ ਮਿੱਟੀ ਨੂੰ ਮਿੱਟੀ ਦੇ ਵਿੱਚ ਰਲਾ ਦੇਣਾ ਹੈ। ਕੀ ਤੈਨੂੰ ਕਬਰ ਦੇ ਵਿੱਚ ਪਾ ਦੇਣਾ, ਜਾਂ ਤੈਨੂੰ ਕਿਸੇ ਖੂਹ ਦੇ ਵਿੱਚ ਸਿੱਟ ਦੇਣਾ, ਜਾਂ ਤੈਨੂੰ ਜਲ ਪ੍ਰਵਾਹ ਕਰ ਦੇਣਾ, ਜਾਂ ਤੈਨੂੰ ਲੱਕੜਾਂ ਦੀ ਸੇਜ ਦੇ ਉੱਤੇ ਸੜਾ ਦੇਣਾ। ਸੁਚੇਤ ਰਹਿ, ਇੱਕ ਦਿਨ ਆਉਣਾ ਤੇਰੇ ਉੱਤੇ, ਇਹ ਜ਼ਰੂਰ ਹੈ। ਨਿਰੰਕਾਰ ਸੱਚੇ ਪਾਤਸ਼ਾਹ ਜੀ ਇਹਨਾਂ ਸ਼ਬਦਾਂ ਦੇ ਵਿੱਚ ਆਪਾਂ ਨੂੰ ਇਹ ਗਿਆਨ ਦਿੰਦੇ ਨੇ। ਗੁਰੂ ਕਿਰਪਾ ਕਰੇ, ਆਪ ਜੀ ਦੀ ਸੇਵਾ ਕਰਦੇ ਤੇ ਭਾਵੁਕ ਹੋ ਕੇ ਸੇਵਾ ਕਰੀਦੀ ਆ। ਭਾਈ ਗੁਰੂ ਜਾਣਦਾ ਕੀ ਬੁਲਾਉਂਦਾ ਕੀ ਨਹੀਂ ਬੁਲਾਉਂਦਾ। ਸੋ ਬੋਲਦਿਆਂ ਤੋਂ, ਬਾਣੀ ਪੜ੍ਹਦਿਆਂ ਤੋਂ ਅਨੇਕਾਂ ਤਰ੍ਹਾਂ ਦੀਆਂ ਭੁੱਲਾਂ ਗਲਤੀਆਂ ਹੋ ਗਈਆਂ ਨੇ। ਗੁਰੂ ਕੀ ਸੰਗਤ ਸਦਾ ਬਖਸ਼ਾਉਂਦਾ ਹੈ, ਕਿਰਪਾ ਕਰਨੀ, ਸੇਵਾ ਪ੍ਰਵਾਨ ਕਰ ਲੈਣੀ। ਮਿਹਰਬਾਨ ਦਿਆਲੂ ਕਿਰਪਾਲੂ ਤੁਹਾਡੀ ਕੀਤੀ ਸੇਵਾ ਆਪਣੇ ਦਰਗਾਹ ਦੇ ਵਿੱਚ ਸਾਡੇ ਵੱਲੋਂ ਵੀ ਪ੍ਰਵਾਨ ਕਰ ਲੈਣਾ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ।